ਵਰਿਆਮ ਸਿੰਘ ਸੰਧੂ ਦੀ ਪੁਸਤਕ ਅੰਗ ਸੰਗ ਦੀ ਕਹਾਣੀ ਹੈ। ਡੁੰਮ। ਰਾਤੀ ਜਦੋਂ ਉਹਦੀ ਪਤਨੀ ਚਿੰਤੋ ਨੇ ਗੁਆਂਢੀ ਦੀਪ ਸਿੰਘ ਦੇ ਘਰੋਂ ਲਿਆਂਦੀ ਸਵੇਰ ਦੀ ਲੱਸੀ ਨਾਲ ਉਬਲੇ ਹੋਏ ਫਿੱਕੇ ਚੌਲ ਪਿੱਤਲ ਦੇ ਵੱਡੇ ਕੌਲ 'ਚ ਪਾ ਕੇ ਦਿੱਤੇ ਸਨ ਤਾਂ ਪਹਿਲੀ ਬੁਰਕੀ ਪਾਉਂਦਿਆਂ ਹੀ ਉਹਦੀ ਛਾਤੀ 'ਚ ਸਵੇਰ ਤੋਂ ਹੋ ਰਹੀ ਮੱਠੀ ਮੱਠੀ ਪੀੜ ਜ਼ੋਰ ਫੜ ਆਈ ਸੀ ਤੇ ਉਸ ਚੌਲਾਂ ਦਾ ਕੌਲ ਵਾਪਸ ਕਰਦਿਆਂ ਆਪਣੇ ਆਪ ਨੂੰ ਨਮੂਨੀਆ ਹੋ ਜਾਣ ਦਾ ਐਲਾਨ ਕਰ ਦਿੱਤਾ ਸੀ ਤੇ ਇੱਕ ਸੀਸ ਵੱਟ ਕੇ ਭੁੰਜੇ ਪਰਾਲੀ ਤੇ ਲੱਗੇ ਆਪਣੇ ਬਿਸਤਰੇ ਤੇ ਪੈ ਰਿਹਾ ਸੀ। ਚਿੰਤੋ ਨੇ ਚੁੱਲ੍ਹੇ 'ਚ ਇੱਟ ਗਰਮ ਕਰਕੇ ਸੇਕ ਦਿੱਤਾ, ਪਰ ਪੀੜ ਸੀ ਕਿ ਵੱਧਦੀ ਜਾਂਦੀ ਸੀ। ਅੱਧਾ ਘੰਟਾ ਤੇ ਤੇਜੂ ਨੇ ਬੌੜੀ ਕੀਤੀ। ਹੁਣ ਉਹਨੂੰ ਸਾਹ ਲਿਆਂ ਵੀ ਪੀੜ ਹੁੰਦੀ ਸੀ। ਤਾਰਾ ਅਜੇ ਦੀਪ ਸਿੰਘ ਦੇ ਘਰੋਂ ਆਇਆ ਨਹੀਂ ਸੀ, ਜਿਨ੍ਹਾਂ ਨਾਲ ਉਹ ਭਿਆਲ ਰਲਿਆ ਹੋਇਆ ਸੀ। ਘਰ 'ਚ ਬਸ ਚਿੰਤੋ ਸੀ ਜਾਂ ਬਿਮਾਰ ਪਿਆ ਹੂੰਗਦਾ ਹੋਇਆ ਤੇਜੂ। ਚਿੰਤੋ ਕਦੀ ਇੱਟ ਗਰਮ ਕਰਨ ਬਾਹਰ ਜਾਂਦੀ ਤੇ ਕਦੀ ਸੇਕ ਦੇਣ ਅੰਦਰ ਆਉਂਦੀ ਹੋਈ, ਨਾਲੇ ਤਾਰੇ ਨੂੰ ਅਜੇ ਤੀਕ ਘਰ ਨਾ ਆਉਣ ਲਈ ਗਾਲਾਂ ਦੇ ਰਹੀ ਸੀ ਤੇ ਨਾਲੇ ਨਵੇਂ ਜ਼ਮਾਨਿਆਂ 'ਚ ਨਵੀਆਂ ਹੀ ਬਿਮਾਰੀਆਂ ਦੇ ਜੰਮ ਪੈਣ ਬਾਰੇ ਬੁੜਬੁੜ ਕਰ ਰਹੀ ਸੀ। ਤਾਰਾ ਆਇਆ ਤਾਂ ਚਿੰਤੋ ਇੱਕ ਤਰ੍ਹਾਂ ਉਹਦੇ ਗਾਲੀ ਪੈ ਗਈ। ਬੰਦਾ ਹੁੰਦਾ ਵੇਲੇ ਨਾਲ ਘਰ ਆਉਂਦਾ, ਉੱਥੇ ਕੀ ਤੈਨੂੰ ਜੂੜ ਪੈ ਗਿਆ ਸੀ? ਟੁੱਟ ਪੈਣਿਆ, ਉਹ ਨਖਾਫਣਾ ਮਰਨ ਡਿਆ। ਤੁਸੀਂ ਜਿਹੜੀ ਮੇਰੀ ਜਿੰਦ ਤਾਈ ਆ, ਉਹ ਕਿੰਨਾ ਚਿਰ ਅਬਾ ਤਬਾ ਬੋਲਦੀ ਰਹੀ। ਤਾਰਾ ਪਿਓ ਕੋਲ ਆ ਕੇ ਖੜੋ ਗਿਆ ਤੇ ਦੀਵੇ ਦੀ ਕੰਬਦੀ ਲੋਚ ਉਹਦੇ ਪੀਲੇ ਹੁੰਦੇ ਚਿਹਰੇ ਵੱਲ ਵੇਖਣ ਲੱਗਾ। ਚਿੰਤੋ ਬੋਲੀ ਜਾ ਰਹੀ ਸੀ, ਮੈਂ ਆਨਾ ਤੂੰ ਬੱਸ ਵੀ ਕਰੇਂਗੀ ਕਿ ਬੜਬੜੀ ਕਰੀ ਜਾਏਂਗੀ? ਮਾਲ ਅੰਦਰ ਕਰਕੇ ਹੀ ਆਉਂਦਾ, ਵੱਡੂ ਕਰਦੀ ਆ। ਅਗਲੇ ਹਿੱਲਣ ਦਿੰਦੇ ਆ, ਜਿੰਨਾ ਚਿਰ ਕੰਮ ਨਾ ਪੂਰਾ ਲੈ ਲੈਣ ਟੈਂ ਲਾ ਛੱਡਦੀ ਆ। ਮੈਂ ਉੱਥੇ ਰਾਸ ਪੈਂਦੀ ਵੇਂਦਾ ਆਇਆ। ਤਾਰਾ ਤਿੱਖੀ ਪਤਲੀ ਆਵਾਜ਼ 'ਚ ਬਿਜਲੀ ਵਾਂਗ ਕੜਕਿਆ ਤੇ ਫਿਰ ਜਬਾੜੇ ਘੁੱਟ ਕੇ ਇੱਕਦਮ ਚੁੱਪ ਹੋ ਗਿਆ। ਆ ਤੇਰਾ ਕੋ ਲੱਗਦਾ ਬਿਮਾਰ ਹੋ ਗਿਆ, ਪੀੜ ਹੁੰਦੀ ਸੂ। ਬਿਮਾਰ ਆ ਤਾਂ ਮੈਂ ਕੀ ਕਰਾਂ? ਆ ਤੇ ਮੇਰੇ ਭਾ ਦਾ ਵਕਤ। ਤੇ ਉਹ ਪੈਰ ਪਟਕਦਾ ਹੱਥ ਵਿਚਲੀ ਪੁਰਾਣੀ ਭੁੰਜੇ ਸੁੱਟ ਪਰੇ ਪਈ ਆਪਣੀ ਅੱਧ ਟੁੱਟੀ ਮੰਜੀ ਤੇ ਲੇਟ ਗਿਆ ਤੇ ਉੱਤੇ ਲਿਆ ਖੇਸ ਮੂੰਹ ਤੇ ਤਾਣ ਲਿਆ। ਕਮਰੇ 'ਚ ਭਿਆਨਕ ਕਿਸਮ ਦੀ ਚੁੱਪ ਵਰਤ ਗਈ। ਧੂੰ ਛੱਡਦੀ ਦੀਵੇ ਦੀ ਬੱਤੀ ਹੇਠਾਂ ਦੀ ਹੇਠਾਂ ਹੀ ਜਾ ਰਹੀ ਸੀ। ਤੇਜੂ ਪੀੜ 'ਚੋਂ ਹੂੰਗਦਾ ਬੋਲਿਆ, ਨਾ ਕਰੋ ਖਸਮਾਂ, ਤੂੰ ਨਾ ਕਰ ਕੁਝ। ਤੇ ਉਸ ਚਿੰਤੋ ਕੋਲੋਂ ਪਾਣੀ ਦਾ ਗਲਾਸ ਮੰਗਿਆ। ਅੱਧੀ ਕੁ ਰਾਤ ਨਾਲ ਤੇਜੂ ਦੀ ਮਾੜੀ ਜਿਹੀ ਅੱਖ ਲੱਗੀ ਤੇ ਫਿਰ ਤੜਕੇ ਉਸ ਫਿਰ ਚਿੰਤੋ ਤੋਂ ਪਾਣੀ ਮੰਗਿਆ। ਪਾਣੀ ਦੇ ਕੇ ਚਿੰਤੋ ਲੇਟੀ ਸੀ, ਪਰ ਉਹਨੂੰ ਨੀਂਦ ਨਹੀਂ ਸੀ ਪੈ ਰਹੀ। ਅਚਾਨਕ ਤੇਜੂ ਦੂਰ ਜਾਂਦੀ ਗੱਡੀ ਵਾਂਗ ਹੌਲੀ ਹੌਲੀ ਹੂੰਗਦਾ ਚੁੱਪ ਹੋ ਗਿਆ। ਚਿੰਤੋ ਨੇ ਘਬਰਾਹਟ 'ਚ ਤੇਜੂ ਨੂੰ ਆਵਾਜ਼ ਦਿੱਤੀ, ਤਾਰੇ ਦੇ ਭਾਈਆ। ਮੈਂ ਕਿਹਾ, ਤਾਰੇ ਦੇ ਭਾਈਆ। ਉਹ ਭੱਜ ਕੇ ਤੇਜੂ ਵੱਲ ਹੋਈ, ਹਨੇਰੇ 'ਚ ਉਹਨੂੰ ਹਿਲਾਇਆ, ਵੇ ਤਾਰਿਆ, ਤੇਰੇ ਭਾਈਏ ਨੂੰ ਕੁਝ ਹੋ ਗਿਆ, ਉੱਠ ਵੇ। ਤੇ ਜਦੋਂ ਉਹਨਾਂ ਮਾਂ ਪੁੱਤਾਂ ਨੇ ਦੀਵਾ ਜਗਾ ਕੇ ਵੇਖਿਆ, ਪਰਾਲੀ ਉੱਤੇ ਵਿਛੀ ਪਾਟੀ ਤਲਾਈ ਤੇ ਅੱਧੋ ਰਾਣੀ ਰਜਾਈ 'ਚੋਂ ਉਹਦਾ ਸਿਰ ਇੱਕ ਪਾਸੇ ਲੁੜਕਿਆ ਹੋਇਆ ਸੀ ਤੇ ਮੂੰਹ 'ਚੋਂ ਪਾਣੀ ਦੀ ਲਾਲ ਉਹਦੇ ਜਬਾੜੇ ਤੇ ਵਹਿ ਆਈ ਸੀ। ਖਿਚੜੀ ਹੋਈ ਦਾੜੀ ਦੇ ਵਾਲ ਉਗੜ ਦੁਗੜ ਖਿਲ ਰਹੇ ਸਨ ਤੇ ਅੱਧ ਖੁੱਲੇ ਮੂੰਹ 'ਚ ਪਈਆਂ ਮੁੱਛਾਂ ਗਿੱਲੀਆਂ ਹੋਈਆਂ ਪਈਆਂ ਸਨ। ਸਿਰ ਉਤਲੀ ਲੀਰਾਂ ਹੋਈ ਮੈਲੀ ਪੱਗ ਲੈ ਕੇ ਜ਼ਮੀਨ ਤੇ ਪਈ ਸੀ ਤੇ ਖਿਲਰੀਆਂ ਜਟੂਰਾਂ 'ਚ ਪਰਾਲੀ ਦੇ ਕੱਖ ਖੜੇ ਹੋਏ ਸਨ। ਉਭਰੀਆਂ ਹੱਡੀਆਂ ਵਾਲੀਆਂ ਗੱਲ੍ਹਾਂ 'ਚ ਲੁਕੀਆਂ ਅੱਧ ਮਿੱਟੀਆਂ ਅੱਖਾਂ ਵਿਚਲੀ ਚਟਿਆਈ ਮੌਤ ਦੀ ਸਕੀ ਭੈਣ ਲੱਗਦੀ ਸੀ ਤੇ ਨਿਰਜੋਤ ਕਾਲੇ ਡੇਲੇ ਛੱਪਰਾਂ ਹੇਠਾਂ ਛਹਿ ਕੇ ਲੁਕੇ ਜਾਪਦੇ ਸਨ, ਜਿਵੇਂ ਕਹਿ ਰਹੇ ਹੋਣ, ਅਸੀਂ ਇਸ ਜੱਗ ਦੇ ਰੰਗ ਤਮਾਸ਼ੇ ਦੇਖ ਕੇ ਥੱਕ ਚੁੱਕੇ ਹਾਂ, ਰੱਜ ਚੁੱਕੇ ਹਾਂ। ਵਾਹ ਜੀ ਕਾ ਖਾਲਸਾ ਭਰਾਓ। ਚਿੰਤੋ ਨੇ ਪੱਟਾਂ ਤੇ ਹੱਥ ਮਾਰ ਕੇ ਉੱਚੀ ਚੀਕ ਮਾਰੀ ਤੇ ਸਿਰ ਦੇ ਸਾਈਂ ਦੇ ਤੁਰ ਜਾਣ ਦਾ ਲੰਮਾ ਵੈਣ ਪਾਇਆ ਤੇ ਬਾਹਰ ਖੜਾ ਉਹਨਾਂ ਦਾ ਕਾਲਾ ਕੁੱਤਾ ਭੌਂਕਿਆ। ਗੁਆਂਢੀ ਹਜ਼ਾਰਾ ਸਿੰਘ ਕੰਧ ਟੱਪ ਕੇ ਆਇਆ, ਦੀਪ ਸਿੰਘ ਵੀ ਆਇਆ। ਦੋਵੇਂ ਰਸਮੀ ਅਫਸੋਸ ਕਰਕੇ ਸਬਰ ਕਰਨ ਤੇ ਚੁੱਪ ਕਰਨ ਲਈ ਕਹਿ ਕੇ ਤੁਰ ਗਏ। ਪਿਛਲੇ ਘਰੋਂ ਫੌਜੀ ਠਾਕਰ ਸਿੰਘ ਦੀ ਮਾਂ ਕੁਝ ਚਿਰ ਚਿੰਤੋ ਕੋਲ ਬੈਠੀ, ਫਿਰ ਉਹ ਵੀ ਸੋਟੀ ਫੜੀ। ਬਹਿਣ ਨੂੰ ਕੋਈ ਮੰਜੀ ਤੇ ਲੈਣ ਨੂੰ ਕੋਈ ਚੰਗਾ ਕੱਪੜਾ ਨਾ ਹੋਣ ਕਰਕੇ ਠੰਡ ਤੋਂ ਡਰਦੀ ਤੁਰ ਗਈ ਤੇ ਹੌਲੀ ਹੌਲੀ ਦੀਵੇ ਦੀ ਮੱਧਮ ਹੁੰਦੀ ਲਾਟ ਵਾਂਗ ਚਿੰਤੋ ਦੇ ਵੈਣ ਮਿੱਟੀ ਕਿਰਦੇ ਕੱਚੇ ਕੋਠੇ ਦੀ ਵਲਗਣ 'ਚ ਘੁੱਟ ਕੇ ਰਹਿ ਗਏ। ਕਾਫੀ ਸੂਰਜ ਚੜ੍ਹ ਆਇਆ ਸੀ ਜਦੋਂ ਕੁਝ ਆਂਢੀ ਗੁਆਂਢੀ ਤੇ ਤੇਜੂ ਦੇ ਭਾਈਚਾਰੇ ਦੇ ਕੁਝ ਬੰਦੇ ਬੁੱਢੀਆਂ ਇਕੱਠੇ ਹੋਏ ਤੇ ਰਵਾਇਤਨ ਉਹਦੇ ਚੰਗੇਪਣ ਤੇ ਅਚਾਨਕ ਮੌਤ ਦੀਆਂ ਗੱਲਾਂ ਹੋਣ ਲੱਗੀਆਂ। ਉਹਦੇ ਹਸਮੁਖ ਸੁਭਾਅ ਤੇ ਦਿਨੋਂ ਦਿਨ ਸਿਰ ਤੇ ਆ ਚੜੀ ਗਰੀਬੀ ਦੀਆਂ ਕਹਾਣੀਆਂ, ਜਿਹੜੀ ਗਰੀਬੀ ਨੇ ਉਹਨੂੰ ਜੱਟ ਤੋਂ ਕਮੀ ਬਣਾ ਦਿੱਤਾ ਸੀ, ਜਿਹੜੀ ਗਰੀਬੀ ਨੇ ਉਹਦੀ ਸਾਰੀ ਜ਼ਮੀਨ ਵਕਵਾ ਦਿੱਤੀ ਸੀ ਤੇ ਉਹਦੇ ਪੁੱਤਰ ਤਾਰੇ ਨੂੰ ਸ਼ਰੀਕਾਂ ਨਾਲ ਹਿੱਸੇ ਤੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਸੀ।
ਬੰਦਾ ਤਾਂ ਬੜਾ ਸਿੱਧਾ ਸਾਦਾ ਸੀ। ਪਤਾ ਨਹੀਂ ਲੋਕ ਕਿਉਂ ਉਹਨੂੰ ਤੇਜੂ ਵਿੰਗੜ ਕਹਿੰਦੇ ਸਨ। ਉਹ ਸਾਰੀ ਉਮਰ ਹੱਸਦਾ ਰਿਹਾ ਸੀ, ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ। ਅਜੇ ਪਰਸੋਂ ਜਦੋਂ ਉਹਨੂੰ ਨੰਬਰਦਾਰ ਨੇ ਠੰਡ 'ਚ ਮੋਟਾ ਕੱਪੜਾ ਲੈਣ ਲਈ ਕਿਹਾ ਸੀ ਤਾਂ ਹੱਸ ਕੇ ਕਹਿਣ ਲੱਗਾ, ਨੰਬਰਦਾਰਾ, ਠੰਡ ਨੇ ਸਾਤੋਂ ਕੀ ਲੈਣਾ? ਠੰਡ ਨਹੀਂ ਸਾਨੂੰ ਲੱਗਦੀ, ਅਸੀਂ ਠੰਡ ਨੂੰ ਲੱਗਦੇ ਹਾਂ, ਹਾ ਹਾ ਹਾ। ਤੇ ਪਤਾ ਨਹੀਂ ਉਹਨੂੰ ਠੰਡ ਲੱਗ ਗਈ ਸੀ ਜਾਂ ਉਹ ਠੰਡ ਨੂੰ ਲੱਗ ਗਿਆ ਸੀ। ਵਿਹੜੇ 'ਚ ਟੁੱਟੀ ਮੰਜੀ ਤੇ ਉਹ ਆਕੜਿਆ ਪਿਆ ਸੀ ਤੇ ਤਾਰੇ ਉਤਲਾ ਮੈਲਾ ਖੇਸ ਉਹਦੇ ਸਰੀਰ ਤੇ ਤਾਣਿਆ ਹੋਇਆ ਸੀ। ਉੱਧਰ ਬੈਠੇ ਗਿਣਤੀ ਦੇ ਬੰਦਿਆਂ 'ਚੋਂ ਕੋਈ ਉਹਦੀ ਅਕਲ ਦੀਆਂ ਕਾਪੀਆਂ ਵਾਲੀ ਗੱਲ ਸੁਣਾ ਰਿਹਾ ਸੀ। ਤੇਜੂ ਆਪਣੀ ਜ਼ਬਾਨੀ ਕਹਿੰਦਾ ਹੁੰਦਾ ਸੀ ਕਿ ਉਹ ਨਿੱਕੇ ਹੁੰਦਿਆਂ ਸਿੰਧ ਵੱਲ ਗਿਆ ਸੀ। ਪਤਾ ਨਹੀਂ ਗਿਆ ਵੀ ਸੀ ਕਿ ਨਹੀਂ, ਕਿਉਂਕਿ ਉਹਦੀ ਭੂਗੋਲਕ ਜਾਣਕਾਰੀ ਇੰਨੀ ਕੋਈ ਸੀ। ਇੱਕ ਵਾਰ ਉਹਨੇ ਆਪਣੇ ਪਿੰਡ ਦੇ ਕਿਸੇ ਆਦਮੀ, ਜਿਹਨੇ ਅੱਗੇ ਹੋਰ ਕਿਤੇ ਜ਼ਮੀਨ ਖਰੀਦ ਲਈ ਸੀ ਤੇ ਉੱਥੇ ਜਾ ਵਸਿਆ ਸੀ, ਨੂੰ ਪੁੱਛਿਆ ਸੀ, ਸੁਣਾ ਵੀਰ ਮੇਰਿਆ, ਫਿਰ ਕਿੱਥੇ ਕੁ ਜ਼ਮੀਨ ਖਰੀਦੀ ਹੈ? ਭਾਊ ਤੇਜਾ ਸਿਆਂ, ਮੋਗੇ ਦੇ ਨੇੜੇ ਇੱਕ ਪਿੰਡ ਹੈ, 15 ਕਿੱਲੇ ਜ਼ਮੀਨ, ਇੱਕ ਟੱਕ ਹੈ, ਵਿੱਚ ਬੰਬੀ ਲੱਗੀ, ਬੜੀ ਮੌਜ ਹੈ, ਤੇਰੀ ਦਇਆ ਨਾਲ, ਗੁਰੂ ਦੀ ਕਿਰਪਾ। ਤੇ ਤੇਜੂ ਅੱਗੋਂ ਬੋਲ ਉੱਠਿਆ ਸੀ, ਕਿੱਧਰ ਯਾਰ, ਮੋਗੇ ਵੱਲ ਜਾ ਜ਼ਮੀਨ ਲਈਓ, ਇੱਧਰ ਕਿੱਧਰੇ ਆਪਣੀ ਪੰਜਾਬ 'ਚ ਲੈਨੋ। ਤੇ ਫਿਰ ਵੀ ਉਹਦੀ ਗੱਲ 'ਤੇ ਯਕੀਨ ਕਰਨਾ ਹੀ ਪੈਂਦਾ ਸੀ ਕਿ ਉਹ ਸਿੰਧ 'ਚ ਜ਼ਰੂਰ ਗਿਆ ਹੋਏਗਾ, ਕਿਉਂਕਿ ਉਸ ਅਨੁਸਾਰ ਉਹ ਉੱਧਰੋਂ ਅਕਲ ਦੀਆਂ ਕਾਪੀਆਂ ਲੈ ਆਇਆ ਸੀ। ਖਬਰ ਨਹੀਂ 21। ਉਹ ਆਪ ਵੀ ਇਹਨਾਂ ਸੰਬੰਧੀ ਦੱਸਦਿਆਂ ਗਿਣਤੀ ਦਾ ਭੁਲੇਖਾ ਖਾ ਜਾਂਦਾ ਸੀ, ਪਰ ਉਹਨੂੰ ਮਾਣ ਸੀ ਕਿ ਉਹ ਸਿੰਧ 'ਚੋਂ ਜਿਹੜੀਆਂ ਅਕਲ ਦੀਆਂ ਕਾਪੀਆਂ ਲੈ ਕੇ ਆਇਆ ਸੀ, ਉਹਨਾਂ 'ਚ ਬੜੀਆਂ ਅਕਲ ਦੀਆਂ ਗੱਲਾਂ ਸਨ, ਜਿਹੜੀਆਂ ਪੜ੍ਹ ਕੇ ਕਈਆਂ ਦੇ ਡੁੱਬਦੇ ਬੇੜੇ ਬੰਨੇ ਲੱਗੇ ਸਨ। ਉਹ ਇਹਨਾਂ ਕਾਪੀਆਂ ਦੀ ਮਹਾਨਤਾ ਦਾ ਕਈ ਵਾਰ ਜ਼ਿਕਰ ਕਰਦਾ ਸੀ। ਮੈਂ ਮਾਸਟਰ ਗਿੰਦਰ ਨੂੰ ਪਹਿਲੀ ਕਾਪੀ 'ਚੋਂ ਪਹਿਲੀ ਗੱਲ ਪੜ੍ਹ ਕੇ ਆਖਿਆ ਸੀ, ਮੁੰਡਿਆ ਪੜ੍ਹ ਜਾ, ਤਗੜਾ ਹੋ ਕੇ ਪੜ੍ਹ ਜਾ, ਜਿੰਨਾ ਪੜ੍ਹਿਆ ਜਾਂਦਾ ਏ। ਤੇਰਾ ਪਿਓ ਹੈ ਨਹੀਂ ਤੇ ਸ਼ਰੀਕਾਂ ਤੈਨੂੰ ਜਿਉਣ ਨਹੀਂ ਦੇਣਾ। ਤੇ ਵੀਰ ਮੇਰਿਆ, ਕਹਾਣੀ ਗੇੜ ਤੇ ਸਿਲਸਿਲਾ ਆ ਈ, ਜਾ ਵੇਖ ਲਾ। ਮੇਰੇ ਆਖਣ ਤੇ ਉਹ ਪੜ੍ਹ ਗਿਆ ਤੇ ਮਾਸਟਰ ਲੱਗ ਗਈ। ਜਨਾਨੀ ਵੀ ਮਾਸਟਰ ਨਹੀਂ ਮਾਂਜ ਲਿਓ, ਜਾ ਸੁੱਖਾਂ ਦੀ ਰੋਟੀ ਖਾਂਦਾ ਏ। ਤੇ ਮਧਰੇ ਧੜ ਉੱਤੇ ਨਿੱਕੀ ਜਿਹੀ ਧੌਣ ਨਾਲ ਜੁੜਿਆ ਉਹਦਾ ਸਿਰ ਇੱਕ ਵਾਰ ਮਾਣ ਨਾਲ ਝੂਮਦਾ ਤੇ ਉਹਦੀਆਂ ਨਿੱਕੀਆਂ ਨਿੱਕੀਆਂ ਅੱਖਾਂ 'ਚ ਖੁਸ਼ੀ ਲਿਸ਼ਕ ਉੱਠਦੀ। ਉਹਨੂੰ ਲੱਗਦਾ ਉਹਦੇ ਕੋਲ ਅਕਲ ਦੀਆਂ ਕਾਪੀਆਂ ਦਾ ਖਜ਼ਾਨਾ ਸੀ। ਉਹ ਬੜਾ ਅਮੀਰ ਸੀ ਤੇ ਹੋਰ ਜਿਵੇਂ ਉਹਦੇ 'ਤੇ ਰਸ਼ਕ ਕਰਦੇ ਹੋਣ। ਉਹਦੀਆਂ ਕਾਪੀਆਂ ਉਹਦੇ ਕਹਿਣ ਅਨੁਸਾਰ ਹਾਰੀ ਸਾਰੀ ਨਹੀਂ ਸੀ ਪੜ੍ਹ ਸਕਦਾ। ਇਹ ਤਾਂ ਸਿਰਫ ਉਹ ਆਪ ਹੀ ਪੜ੍ਹ ਸਕਦਾ ਸੀ ਤੇ ਉਹ ਵੀ ਮਾੜੀਆਂ ਮੋਟੀਆਂ ਹੀ। ਇਹ ਕਾਪੀਆਂ ਉਹਨੂੰ ਬਕੌਲ ਉਹਦੇ ਕਿਸੇ ਸਾਧ ਕੋਲੋਂ ਮਿਲੀਆਂ ਸਨ ਤੇ ਉਹਨੇ ਇਹਨੂੰ ਪੜ੍ਹਨਾ ਵੀ ਸਿਖਾਇਆ ਸੀ। ਪਰ ਉਹਦੀ ਕਿਸਮਤ ਮਾੜੀ ਸੀ ਕਿ ਉਹ ਚੰਗੀ ਤਰ੍ਹਾਂ ਉਦੋਂ ਦਿਲ ਲਾ ਕੇ ਨਾ ਪੜ੍ਹਿਆ, ਨਹੀਂ ਤਾਂ ਪੌਂ 12 ਹੋ ਜਾਣਗੀਆਂ। ਫਿਰ ਵੀ ਉਹਨੇ ਇਹਨਾਂ ਕਾਪੀਆਂ 'ਚੋਂ ਪੜ੍ਹ ਕੇ ਕਿਸੇ ਨੂੰ ਨੌਕਰ ਹੋ ਜਾਣ ਦੀ ਸਲਾਹ ਦਿੱਤੀ, ਉਹ ਨੌਕਰ ਹੋ ਗਿਆ। ਕਿਸੇ ਨੂੰ ਜ਼ਮੀਨ ਖਰੀਦਣ ਲਈ ਕਿਹਾ ਤੇ ਉਹਦਾ ਕੰਮ ਨੇਪਰੇ ਚੜ੍ਹ ਗਿਆ। ਕਿਸੇ ਨੂੰ ਪੰਚ ਸਰਪੰਚ ਖਲੋਣ ਵਾਸਤੇ ਕਿਹਾ ਸੀ ਤੇ ਉਹ ਕਾਮਯਾਬ ਹੋ ਗਿਆ। ਪਰ ਇਹ ਕਾਪੀਆਂ ਦਾ ਜਾਦੂ ਪਤਾ ਨਹੀਂ ਕਿਉਂ ਉਹਦੇ ਘਰ 'ਤੇ ਨਹੀਂ ਸੀ ਚੱਲਿਆ। ਜਦੋਂ ਅਜੇ ਤਾਰਾ ਨਿੱਕਾ ਜਿਹਾ ਸੀ ਤਾਂ ਉਹ ਤਾਰੇ ਬਾਰੇ ਪਰੇ 'ਚ ਬੈਠਾ ਗੱਲਾਂ ਕਰਦਾ, ਉਹ ਮਹਿਲ ਉਸਾਰਦਾ ਤੇ ਲੋਕ ਹੱਸ ਕੇ ਜਿਵੇਂ ਉਹਦੀਆਂ ਰੇਤ ਦੀਆਂ ਕੰਧਾਂ ਨੂੰ ਠੁੱਡੇ ਮਾਰਦੇ ਰਹਿੰਦੇ। ਮੈਂ ਆਨਾ ਮੈਂ ਤਾਰੇ ਨੂੰ ਵੱਡਾ ਭਲਵਾਨ ਬਣਾਵਾਂ। ਮੇਰੀ ਮਨਸ਼ਾ ਕੰਜਰ ਨੂੰ 5-10 ਪੀਪੇ ਘਿਓ ਦੇ ਖਵਾਵਾਂ, ਕਿੱਕਰ ਸੂਹ ਬਣਾ ਦਿਆਂ ਇੱਕ ਵਾਰ। ਫਿਰ ਮੈਂ ਆਨਾ ਕੰਜਰ ਨੇ ਕਿਸੇ ਦੀ ਲੱਤ ਬਾਂਹ ਤੋੜ ਦੇਣੀ ਹੈ। ਵੀਰ ਮੇਰਿਆ, ਕਹਾਣੀ ਗੇੜ ਤੇ ਸਿਲਸਿਲਾ ਆਈ, ਜਿਸ ਕਰਕੇ ਮੈਂ ਇਹਨੂੰ ਭਲਵਾਨ ਨਹੀਂ ਬਣਾਉਂਦਾ। ਤੇ ਫਿਰ ਉਹ ਦੂਜਾ ਮਹਿਲ ਉਸਾਰਦਾ। ਕਦੀ ਮੈਂ ਸੋਚਦਾ ਇਹਨੂੰ ਬਦਮਾਸ਼ ਬਣਾਵਾਂ, ਵੱਡਾ ਬਦਮਾਸ਼, ਜੱਗੇ ਡਾਕੂ ਵਰਗਾ। ਫਿਰ ਮੈਂ ਆਨਾ ਇਹਨੇ ਕਿਸੇ ਦਾ ਕਤਲ ਕਰ ਦੇਣਾ, ਪਿੱਛੋਂ ਮੈਂ ਵਕਤ ਨੂੰ ਫੜਿਆ ਰਹੂੰ। ਵੀਰ ਮੇਰਿਆ, ਕਹਾਣੀ ਗੇੜ ਤੇ ਸਿਲਸਿਲਾ ਆਈ। ਤੇ ਫਿਰ ਉਹ ਇੱਕ ਹੋਰ ਮੋੜ ਮੁੜਦਾ। ਕਦੀ ਮੇਰੀ ਸਲਾਹ ਬਣਦੀ ਆ ਵੀ ਤਾਰੇ ਨੂੰ ਪੜ੍ਹਾ ਦਿਆਂ, ਦੱਬ ਕੇ ਪੜ੍ਹਾ ਦਿਆਂ, ਇਕੱਠੀਆਂ 20-30 ਜਮਾਤਾਂ, ਭਾਵੇਂ ਜ਼ਮੀਨ ਵਿਕ ਜੇ, ਇਹਨੂੰ ਤਕੜਾ ਅਫਸਰ ਬਣਾ ਦਿਆਂ, ਵੱਡਾ ਤਕੜਾ ਅਫਸਰ। ਪਰ ਫਿਰ ਮੈਂ ਆਨਾ ਜੇ ਇਹ ਅਫਸਰ ਬਣ ਗਿਆ ਤਾਂ ਮੈਨੂੰ ਸਿਫਾਰਸ਼ਾਂ ਵਾਲਿਆਂ ਨਹੀਂ ਛੱਡਣਾ। ਅਖੇ ਤੇਜਾ ਸਿਆਂ ਆ ਜਰਾ ਸਰਦਾਰ ਤਾਰਾ ਸੂਹ ਗੋਚਰਾ ਕੰਮ ਸੀ। ਵੀਰ ਮੇਰਿਆ, ਕਹਾਣੀ ਗੇੜ ਤੇ ਸਿਲਸਿਲਾ ਆਈ। ਤੇ ਉਹ ਖਿੜਖੜਾ ਕੇ ਉੱਚੀ ਉੱਚੀ ਹੱਸ ਉੱਠਦਾ, ਪਤਾ ਨਹੀਂ ਪਰੇ ਵਾਲਿਆਂ ਤੇ ਪਤਾ ਨਹੀਂ ਆਪਣੇ ਆਪ ਉੱਤੇ। ਉਹਦੀਆਂ ਕਾਪੀਆਂ ਪੜ੍ਹ ਕੇ ਦਸੀਆਂ ਗੱਲਾਂ 'ਤੇ ਅਮਲ ਕਰਕੇ ਕਈ ਤਰ ਗਏ, ਪਰ ਤਾਰਾ ਤਾਰੇ ਦਾ ਤਾਰਾ ਹੀ ਰਿਹਾ। ਮਧਰਾ ਕੱਦ, ਨਿੱਕੀਆਂ ਲੱਤਾਂ ਵਾਲਾ, ਪਤਲੇ ਮੂੰਹ ਤੇ ਤੋਤੇ ਵਰਗੇ ਨੱਕ ਵਾਲਾ, ਤੇ ਉਹ ਪਿਓ ਨਾਲ ਹੀ ਘਰ ਦੀ 4 ਕਿੱਲੇ ਜ਼ਮੀਨ ਤੇ ਛੋਟੀ ਉਮਰੇ ਹੀ ਸੰਢਿਆਂ ਪਿੱਛੇ ਹਲ ਨੂੰ ਸੰਭਾਲੀ ਤੁਰ ਪਿਆ ਸੀ।
ਜੇ ਕਦੀ ਕੋਈ ਉਹਦੀ ਹੋਰਨਾਂ ਨੂੰ ਤਾਰਨ ਦੀ ਗੱਲ ਕਰਦਾ ਹੋਇਆ ਉਹਨਾਂ ਦੀ ਤੰਗੀ ਤੇ ਤਾਰੇ ਦੇ ਨਾ ਪੜ੍ਹ ਸਕਣ ਤੇ ਨਾ ਤਰ ਸਕਣ ਬਾਰੇ ਕਹਿੰਦਾ ਤਾਂ ਤੇਜੂ ਪਹਿਲਾਂ ਤਾਂ ਹੱਸ ਪੈਂਦਾ, ਫਿਰ ਸੰਡੇ ਦੇ ਪਿੰਡੇ ਤੇ ਪ੍ਰਾਣੀ ਮਾਰ ਕੇ ਇੱਕ ਵਾਰ ਚੁੱਪ ਕਰ ਜਾਂਦਾ ਤੇ ਫਿਰ ਗੰਭੀਰ ਸੁਰ 'ਚ ਬੋਲਦਾ, ਵੀਰ ਮੇਰਿਆ ਤੂੰ ਸਿਆਣਾ ਏ, ਤਰਿਆ ਤਾਂ ਪਾਣੀ 'ਚ ਹੀ ਜਾਂਦਾ ਹੈ। ਜੇ ਕੋਈ ਪਾਣੀ 'ਚ ਡਿੱਗੇ ਤੇ ਕੋਈ ਤਰੇ ਵੀ, ਤੇ ਜੇ ਕੋਈ ਡਿੱਗੇ ਹੀ ਗਲ ਚਿੱਕੜ 'ਚ ਹੈ, ਕਹਾਣੀ ਗੇੜ ਤੇ ਸਿਲਸਿਲਾ ਆਈ। ਤੇ ਦੀਪ ਸਿੰਘ ਨੇ ਜਦੋਂ ਤਾਰੇ ਨੂੰ ਆਵਾਜ਼ ਦਿੱਤੀ ਤਾਂ ਪਰਿਓਂ ਇੰਝ ਹੌਲੀ ਹੌਲੀ ਤੁਰਦਾ ਆਇਆ ਜਿਵੇਂ ਸੱਚੀ ਉਹਦੀਆਂ ਲੱਤਾਂ ਡੂੰਘੇ ਚਿੱਕੜ 'ਚ ਖੁੱਭੀਆਂ ਹੋਣ ਤੇ ਉਹ ਧੂ ਕੇ ਲੱਤਾਂ ਨੂੰ ਚਿੱਕੜ 'ਚੋਂ ਬਾਹਰ ਕੱਢ ਰਿਹਾ ਹੋਵੇ। ਮੈਂ ਕਿਹਾ, ਬਾਲਣ ਬੂਲਣ ਦਾ ਕੀ ਬੰਦੋਬਸਤ ਆ? ਬਾਲਣ? ਤਾਰਾ ਚੌਂਕਿਆ, ਬਾਲਣ ਤਾਂ ਘਰ ਕੋਈ ਨਹੀਂ। ਉਹਦੀ ਮੈਲੀ ਗੁਲਾਬੀ ਪੱਗ ਉਹਦੇ ਮੱਥੇ ਤੇ ਸਰਕ ਆਈ ਸੀ। ਸੋਹਣਿਆ, ਘਰ ਨਹੀਂ ਤਾਂ ਪ੍ਰਬੰਧ ਤਾਂ ਕਰਨਾ ਪਊ, ਕੋਈ ਹੋਰ ਚਿੱਟ ਕੱਪੜੀਆ ਬੋਲਿਆ। ਉਹਦੀ ਆਵਾਜ਼ 'ਚ ਤਾਰੇ ਦੇ ਮੂਰਖਤਾ ਭਰੇ ਜਵਾਬ ਪ੍ਰਤੀ ਹਿਰਖ ਸੀ। ਤਾਰਾ ਕੁਝ ਨਹੀਂ ਬੋਲਿਆ, ਸਗੋਂ ਵਿਹੜੇ ਵਿਚਲੀ ਨਿੰਮ ਵੱਲ ਟਿਕਟਕੀ ਲਗਾ ਕੇ ਵੇਖਣ ਲੱਗਾ, ਜਿਹਦੇ ਪੀਲੇ ਪੱਤੇ ਇੱਕ ਇੱਕ ਕਰਕੇ ਝਾੜ ਰਹੇ ਸਨ ਤੇ ਧਰਤੀ ਨੂੰ ਕੱਜੀ ਜਾ ਰਹੇ ਸਨ। ਖੱਫਣ ਵੀ ਲੈਣਾ ਪਊ, ਉਸ ਮਨ ਹੀ ਮਨ ਸੋਚਿਆ ਤੇ ਫਿਰ ਜਨਾਨੀਆਂ 'ਚ ਬੈਠੀ ਆਪਣੀ ਮਾਂ ਨੂੰ ਉਠਾ ਕੇ ਉਹ ਇੱਕ ਪਾਸੇ ਲੈ ਗਿਆ। ਖੱਫਣ ਤੇ ਬਾਲਣ ਲਈ ਪੈਸੇ ਚਾਹੀਦੇ ਨੇ। ਆਹੋ, ਹੁਣ ਫੇਰ? ਮੈਂ ਵੀ ਇਹੋ ਸੋਚਦੀ ਸੀ। ਚਿੰਤਾ ਵੀ ਅੱਗੋਂ ਸਵਾਲ ਬਣੀ ਪਈ ਸੀ। ਮੈਲੇ ਲੀੜੇ ਨਾਲ ਅੱਖਾਂ ਪੂੰਝ ਕੇ ਉਹ ਬੋਲੀ, ਖਬਰੇ ਚੰਦਰੇ ਨੂੰ ਪਹਿਲਾਂ ਹੀ ਪਤਾ ਸੀ। 6 ਮਹੀਨੇ ਹੋਏ ਇੱਕ ਕੁੜਤਾ ਸਵਾ ਕੇ ਰੱਖਿਆ ਸੂ। ਅਖੇ ਹੌਲੀ ਹੌਲੀ ਤਿੰਨੇ ਲੀੜੇ ਮਰਨੇ ਦੇ ਬਣਾ ਲਾਂ। ਤੇ ਉਹ ਫਿਰ ਫਿੱਸ ਪਈ। ਤੇੜ ਦੀ ਚਾਦਰ ਤੇ ਉੱਤੇ ਲਈ ਕੱਪੜਾ ਤਾਂ ਵੀ ਲੈਣਾ ਹੀ ਪਊ। ਫਿਰ ਉਹਨੇ ਜਿਵੇਂ ਸੁਝਾਅ ਦਿੱਤਾ, ਦੀਪ ਸੋਨੂੰ ਪੁੱਛ, ਵੇਖ ਤੇਰੇ ਹਿੱਸੇ 'ਚੋਂ ਕੱਟ ਲੂ। ਤਾਰਾ ਟੁੱਟੇ ਛਿੱਤਰ ਦੀ ਨੋਕ ਨਾਲ ਧਰਤੀ ਖੁਰਕਣ ਲੱਗਾ। ਪੁੱਛ ਵੇ ਨਾ, ਉਹਦੇ ਤਾਂ ਕਣਕ ਦੇ ਹੀ ਅੱਗੇ ਬੜੇ ਹੋ ਗਏ ਆ। ਤੇ ਉਹ ਮੂੰਹ 'ਚ ਪੈਂਦੀਆਂ ਮੁੱਛਾਂ ਟੁੱਕਣ ਲੱਗਾ। ਸਰਦਾਰ ਗੁਰਬਚਨ ਸਿੰਘ ਨੂੰ ਪੁੱਛ ਫਿਰ। ਆ ਗੁਰਬਚਨ ਸੂੰ, ਉਹਨਾਂ ਨੂੰ ਸਾਡੀ ਕੀ ਪੀੜ ਆ? ਉਹ ਦੇਣ ਡਏ ਆ ਪੈਸੇ ਤੈਨੂੰ, ਲੋਕਾਂ ਤੋਂ ਲੈ ਨਾ ਰੱਜਣ। ਉਹ ਬੁੜਬੁੜਾਉਂਦਾ ਤੁਰ ਪਿਆ। ਦੀਪ ਸਿੰਘ ਨੂੰ ਆਖਣ ਤੇ ਉਹ ਘਰ ਲਈ ਲੱਕੜ ਦੇਣ ਨੂੰ ਤਾਂ ਮੰਨ ਗਿਆ, ਪਰ ਪੈਸਿਆਂ ਵੱਲੋਂ ਉਹਦਾ ਵੀ ਹੱਥ ਤੰਗ ਸੀ। ਬੈਠੇ ਆਦਮੀਆਂ ਨੇ ਵੇਖਿਆ ਬੂਹੇ 'ਚੋਂ ਸਰਦਾਰ ਗੁਰਬਚਨ ਸਿੰਘ ਦਾ ਪਿਤਾ ਸਰਦਾਰ ਨਾਜਰ ਸਿੰਘ ਖੁੱਲ੍ਹਾ ਪੈਂਟ ਕੋਟ ਪਾਈ, ਹੱਥ 'ਚ ਖੂੰਡੀ ਫੜੀ, ਲੰਮੇ ਭਾਰੇ ਸਰੀਰ ਨਾਲ ਹਾਥੀ ਵਾਂਗ ਝੂਲਦਾ ਆ ਰਿਹਾ ਸੀ। ਉਹ ਕਈ ਚਿਰ ਦਾ ਫੌਜ 'ਚੋਂ ਕਪਤਾਨ ਰਿਟਾਇਰ ਹੋ ਕੇ ਆਇਆ ਸੀ। ਆਉਂਦਾ ਹੀ ਫੌਜੀਆਂ ਵਾਲੇ ਲਹਿਜੇ 'ਚ ਬੋਲਿਆ, ਉਹ ਬਈ ਮੈਂ ਸੁਣਿਆ ਤੇਜੂ ਦੀ ਮੌਤ ਹੋ ਗਈ। ਬਹੁਤ ਬੁਰਾ ਹੋਇਆ, ਬਹੁਤ ਬੁਰਾ ਹੋਇਆ। ਹਾਂਜੀ ਬੈਠੋ। 5-7 ਬੰਦਿਆਂ 'ਚੋਂ 2-4 ਉਹਦੇ ਸਤਿਕਾਰ ਵਜੋਂ ਉੱਠ ਕੇ ਖੜ੍ਹੇ ਹੋ ਗਏ। ਆਖਰ ਉਹ ਪਿੰਡ ਦੇ ਸਰਪੰਚ ਦਾ ਪਿਓ ਸੀ, ਜੱਦੀ ਪੁਸ਼ਤੀ ਸਰਦਾਰੀ ਘਰਾਣੇ 'ਚੋਂ ਸੀ। ਉਹਨਾਂ ਤਾਰੇ ਨੂੰ ਸਰਦਾਰ ਹੋਰਾਂ ਦੇ ਬੈਠਣ ਲਈ ਕੁਰਸੀ ਜਾਂ ਮੰਜਾ ਲਿਆਉਣ ਲਈ ਕਿਹਾ। ਉਹ ਸਮਝਦੇ ਸਨ ਕਿ ਪੈਂਟ ਕੋਟ ਨਾਲ ਜ਼ਮੀਨ 'ਤੇ ਤਾਂ ਉਂਝ ਹੀ ਬੈਠਣਾ ਔਖਾ ਸੀ ਤੇ ਸਰਦਾਰ ਹੋਣ ਕਰਕੇ ਉਂਝ ਵੀ ਜੱਚਦਾ ਨਹੀਂ ਸੀ। ਰਹਿਣ ਦੇ ਬਈ, ਮੈਂ ਛੇਤੀ ਜਾ ਰਿਹਾ, ਮੈਂ ਬਚਨ ਨਾਲ ਸ਼ਹਿਰ ਜਾ ਰਿਹਾ। ਉਹ ਤਿਆਰ ਹੁੰਦਾ ਸੀ। ਮੈਂ ਕਿਹਾ, ਉਹਨਾਂ ਚਿਰ ਗੋਡਾ ਨਿਭਾਵਾਂ। ਉਹ ਤਾਰੇ ਨੂੰ ਇਸ਼ਾਰਾ ਕਰਦਾ ਬੋਲੀ ਗਿਆ। ਤਾਰਾ ਹਿੱਲ ਖੜੋਤਾ ਸੀ। ਕਪਤਾਨ ਖੜੋਤਾ ਹੀ ਖੁੰਡੀ ਹਿਲਾਉਂਦਾ ਕਹਿਣ ਲੱਗਾ, ਬਾਤ ਇਹ ਹੈ, ਉਹਨੂੰ ਠੰਡ ਲੱਗੇ। ਉਹ ਗਰਮ ਕੱਪੜਾ ਤਾਂ ਪਹਿਨਤਾ ਨਹੀਂ ਸੀ, ਉੱਪਰ ਸੇ ਇਹ ਔਰਤ ਉਹਨੂੰ ਨਮੂਨੀਏ ਤੇ ਠੰਡਾ ਪਾਣੀ ਪਿਲਾਉਂਦੀ ਰਹੀ, ਅੱਗ ਤੇ ਤੇਲ ਪਾਣ ਮਾਫਕ। ਉਹਨੇ ਬਚਣਾ ਕਿਹਾ ਸੀ। ਉਸ ਇੱਕ ਪਲ ਲਈ ਸਭਨਾਂ ਚਿਹਰਿਆਂ ਵੱਲ ਨਜ਼ਰ ਮਾਰੀ ਤੇ ਫਿਰ ਕਿੱਲੀ ਦੱਬ ਦਿੱਤੀ। ਇਹਨਾਂ ਨੂੰ ਚਾਹੀਦਾ ਸੀ ਰਾਤ ਹੀ ਡਾਕਟਰ ਬੁਲਾਉਂਦੇ, ਉਹਦਾ ਇਲਾਜ ਕਰਾਉਂਦੇ। ਬਚਨ ਰਾਤੀ ਘਰ ਸੀ, ਉਹਨੂੰ ਸੱਦਦੇ, ਉਹ ਜੀਪ ਤੇ ਹਸਪਤਾਲ ਲੈ ਜਾਂਦਾ। ਹੁਣ ਮੇਰੇ ਵੱਲ ਦੇਖੋ, ਮੈਂ ਤੇ ਤੇਜਾ ਸਿੰਘ ਹਾਣੀ ਸੀ। ਮੈਂ ਬਚਿਆ ਹੀ ਤਾਂ ਹਾਂ। ਮਹੀਨੇ 2 ਮਹੀਨੇ ਬਾਅਦ ਮੈਡੀਕਲ ਚੈੱਕਅਪ ਕਰਾਉਂਦਾ ਰਹਿਣਾ, ਪਰ ਸਾਡੇ ਅਨਪੜ੍ਹ ਲੋਕ ਇਹੋ ਤਾਂ ਇਹਨਾਂ 'ਚ ਕਮੀ ਹੈ। ਸਾਰੇ ਚੁੱਪ ਸਨ ਤੇ ਉਹਦੇ ਕਹੇ ਨੂੰ ਸੱਤ ਕਰਕੇ ਸੁਣ ਰਹੇ ਸਨ। ਆਹ ਨਜ਼ਦੀਕ 2 ਮੀਲ ਤੇ ਹੈਲਥ ਸੈਂਟਰ ਸੀ। ਸਰਕਾਰ ਸਾਡੇ ਲੋਕਾਂ ਲਈ ਬੜਾ ਕੁਝ ਕਰ ਰਹੀ ਹੈ, ਪਰ ਅਸੀਂ ਮੂਰਖਾਂ 'ਚੋਂ ਫਾਇਦਾ ਨਹੀਂ ਉਠਾਉਂਦੇ। ਉਹਨੇ ਬੱਝੀ ਹੋਈ ਚਿੱਟੀ ਦਾੜੀ ਨੂੰ ਖੱਬੇ ਹੱਥ ਨਾਲ ਪਲੋਸਿਆ। ਖੈਰ ਬਈ, ਜੋ ਹੋਆ ਅੱਛਾ ਨਹੀਂ ਹੁਆ। ਤੇ ਉਹ ਹੌਲੀ ਹੌਲੀ ਤੇਜੂ ਦੀ ਮੰਜੀ ਵੱਲ ਵਧਿਆ ਤੇ ਕੱਪੜਾ ਉਤਾਰ ਕੇ ਇੱਕ ਪਲ ਲਈ ਉਹਦਾ ਮੂੰਹ ਵੇਖਿਆ ਤੇ ਫਿਰ ਖੁੰਡੀ ਹਿਲਾਉਂਦਾ ਬੋਲਿਆ, ਚੰਗਾ ਮੈਂ ਚੱਲਦਾ। ਬਚਨ ਸ਼ਹਿਰ ਜਾ ਰਿਹਾ, ਉੱਥੇ ਕੋਈ ਵਜ਼ੀਰ ਆ ਰਿਹਾ ਕਿ ਪਿੰਡ ਮੰਡੀ ਖੁਲਾਉਣ ਲਈ ਕੋਸ਼ਿਸ਼ ਕਰ ਰਿਹਾ ਨਾ। ਵੇਖੋ, ਜੇ ਕੰਮ ਬਣ ਗਿਆ ਤਾਂ ਇਲਾਕੇ ਦੀ ਸੁਣੀ ਜਾਊ। ਬਚਨ ਦੀ ਸਲਾਹ ਹੈ, ਆੜਤ ਖੋਲ ਕੇ ਮੁੰਡੇ ਨੂੰ ਉੱਥੇ ਬਿਠਾ ਦੇ। ਉਹਦਾ ਮੁੰਡਾ ਪੜ੍ਹਨ ਵਾਲਾ ਨਹੀਂ ਨਿਕਲਿਆ, ਨਲਾਇਕ ਨਿਕਲਿਆ, ਸੂਰ ਕਾ ਬੱਚਾ, ਉੱਲੂ ਕਾ ਪੱਠਾ।
ਸਾਰਾ ਕੁਝ ਕਹਿ ਕੇ ਉਹ ਬੈਠੇ ਆਦਮੀਆਂ ਦੇ ਚਿਹਰਿਆਂ ਵੱਲ ਤੱਕਣ ਲੱਗਾ, ਜਿਵੇਂ ਆਪਣੀਆਂ ਗੱਲਾਂ ਦਾ ਪ੍ਰਤੀਕਰਮ ਉਡੀਕ ਰਿਹਾ ਹੋਵੇ। ਇਹ ਉਹਦੀ ਆਦਤ ਹੀ ਸੀ ਕਿ ਉਹ ਕਿਸੇ ਦੀ ਘੱਟ ਹੀ ਸੁਣਦਾ ਸੀ ਤੇ ਆਪਣੀ ਨਿਰੰਤਰ ਸੁਣਾਈ ਜਾਂਦਾ ਸੀ। ਬੈਠਿਆਂ ਵਿੱਚੋਂ ਇੱਕ ਦੋ ਨੇ ਕਪਤਾਨ ਤੇ ਉਹਦੇ ਲੜਕੇ ਗੁਰਬਚਨ ਸਿੰਘ ਦੀ ਤਾਰੀਫ ਕੀਤੀ, ਜਿਹਦਾ ਭਾਵ ਕੁਝ ਇਸ ਤਰ੍ਹਾਂ ਸੀ ਕਿ ਉਹ ਦੋਵੇਂ ਤਾਂ ਪਿੰਡ ਦੀਆਂ ਬਾਹਾਂ ਸਨ, ਇਲਾਕੇ ਦੇ ਥੰਮ੍ਹ ਸਨ। ਗੁਰਬਚਨ ਸਿੰਘ ਤਾਂ ਅੱਜ ਦੀ ਸਿਆਸਤ ਵਿੱਚ ਸਿਰ ਉੱਚਾ ਕੱਢਦਾ ਆ ਰਿਹਾ ਸੀ, ਉਹਦੇ ਕਰਕੇ ਇਲਾਕੇ ਦੀ ਸੁਣੀ ਜਾ ਰਹੀ ਸੀ। ਇਹੋ ਜਿਹੇ ਨੇਕ ਪੁੱਤ ਕਿਤੇ ਮਾਵਾਂ ਰੋਜ਼-ਰੋਜ਼ ਜੰਮਦੀਆਂ ਸਨ। ਹਰ ਇੱਕ ਨਾਲ ਬਣਾ ਕੇ ਰੱਖਣ ਵਾਲਾ ਅਗਲੀਆਂ ਚੋਣਾਂ 'ਚ ਉਹਨੂੰ ਇਲਾਕੇ 'ਚੋਂ ਖਿਲਾਰਨਾ ਚਾਹੀਦਾ, ਆਦਿ ਆਦਿ। ਤੇ ਇਹਨਾਂ ਗੱਲਾਂ ਦੀ ਭੀੜ ਵਿੱਚ ਜਿਵੇਂ ਤੇਜੂ ਦੀ ਮੌਤ ਦੀ ਗੱਲ ਗੁਆਚ ਹੀ ਗਈ ਸੀ। ਇੰਝ ਲੱਗਦਾ ਸੀ ਜਿਵੇਂ ਆਪਣੇ ਆਪ ਨੂੰ ਇਸ ਤਰ੍ਹਾਂ ਅਣਗੌਲਿਆਂ ਵੇਖ ਕੇ ਉਹ ਉੱਠ ਖੜੋਏਗਾ ਤੇ ਦੱਸੇਗਾ ਕਿ ਜਿਹੜੇ ਸਰਦਾਰ ਤੇ ਉਹਦੇ ਮੁੰਡੇ ਅੱਗੇ ਸਾਰੇ ਯਈ ਕਰ ਰਹੇ ਸਨ, ਉਹਨਾਂ ਨੂੰ ਵੀ ਉਹਨੇ ਹੀ ਅਕਲ ਦੀ ਕਾਪੀ ਪੜ੍ਹ ਕੇ ਸੁਣਾਈ ਸੀ ਤੇ ਅੱਜ ਦੇ ਜ਼ਮਾਨੇ 'ਚ ਤੁਰਨ ਦੀ ਜਾਚ ਦੱਸੀ ਸੀ। ਉਹ ਕਪਤਾਨ ਦੀ ਉਹ ਗੱਲ ਵੀ ਦੁਹਰਾਏਗਾ ਜਿਹੜੀ ਕਪਤਾਨ ਨੇ ਆਜ਼ਾਦੀ ਤੋਂ ਪਿੱਛੋਂ ਜਦੋਂ ਪਹਿਲੀ ਵਾਰ ਵੋਟਾਂ ਪਈਆਂ ਸਨ ਤਾਂ ਕੀਤੀ ਸੀ। ਇਹ ਗੱਲ ਤੇਜੂ ਨੇ ਅਨੇਕਾਂ ਵਾਰ ਸੁਣਾਈ ਸੀ। ਤੇਜਾ ਸਿੰਘ ਹੋਰਨਾਂ ਨਾਲ ਪਿੰਡ ਦੇ ਸਕੂਲ 'ਚ ਵੋਟ ਪਾਉਣ ਲਈ ਕਤਾਰ 'ਚ ਖੜੋਤਾ ਸੀ। ਕਪਤਾਨ ਆਪਣੀ ਖੂੰਡੀ ਤੇ ਭਾਰ ਪਾਈ ਝੂਲਦਾ ਆਇਆ ਤੇ ਕਤਾਰ ਚੀਰ ਕੇ ਅੱਗੇ ਨਿਕਲ ਗਿਆ। ਅੰਦਰੋਂ ਵੋਟਾਂ ਪਵਾ ਰਹੇ ਮਾਸਟਰਾਂ ਨੂੰ ਸੰਬੋਧਿਤ ਹੋਇਆ। ਅੰਦਰ ਮਾਸਟਰ ਹੰਸਰਾਜ ਹੈ? ਹਾਂਜੀ, ਕਰੋ ਹੁਕਮ। ਦੇਖੋ ਮੇਰੀ ਵੋਟ ਬਣੀ ਹੈ ਜੀ? ਬਣੀ ਹੈ। ਮੇਰਾ ਨਾਂ ਕਿਵੇਂ ਲਿਖਿਆ? ਦਰਅਸਲ ਉਹਨੂੰ ਸਰਕਾਰ ਤੇ ਗੁੱਸਾ ਸੀ, ਜਿਹਨੇ ਜਣੇ ਖਣੇ ਨੂੰ ਵੋਟ ਪਾਉਣ ਦਾ ਹੱਕ ਦੇ ਦਿੱਤਾ ਸੀ। ਕਦੀ ਉਸ ਇਕੱਲੇ ਦੀ ਸਾਰੇ ਪਿੰਡ 'ਚੋਂ ਵੋਟ ਹੁੰਦੀ ਸੀ ਤੇ ਹੁਣ ਮਾਸਟਰ ਹੰਸਰਾਜ ਨੇ ਵੋਟਾਂ ਵਾਲੀ ਸੂਚੀ 'ਚ ਉਹਦਾ ਨਾਮ ਪੜ੍ਹਿਆ, ਨਾਜਰ ਸਿੰਘ ਵਲਦ ਜਗੀਰ ਸਿੰਘ। ਕਪਤਾਨ ਨਾਜਰ ਸਿੰਘ ਨੇ ਮੋਢੇ ਝੂਣੇ। ਸਰਦਾਰ ਨਾਜਰ ਸਿੰਘ ਨਹੀਂ ਲਿਖਿਆ? ਨਹੀਂ ਜੀ। ਕਪਤਾਨ ਨਾਜਰ ਸਿੰਘ ਨਹੀਂ ਲਿਖਿਆ? ਨਹੀਂ ਜੀ। ਤੇ 1 ਮਿੰਟ ਲਈ ਹੈਰਾਨ ਪਰੇਸ਼ਾਨ ਹੋਇਆ ਕਪਤਾਨ ਨਾਜਰ ਸਿੰਘ ਖੜੋਤਾ ਰਿਹਾ। ਫਿਰ ਉਹਨੇ ਵੋਟਰਾਂ ਦੀ ਕਤਾਰ ਵੱਲ ਨਜ਼ਰ ਭਰ ਕੇ ਤੱਕਿਆ, ਜਿਵੇਂ ਕੋਈ ਕੀੜਿਆਂ ਕਾਢਿਆਂ ਵੱਲ ਵੇਖ ਰਿਹਾ ਹੋਵੇ। ਮੇਰੇ ਤੋਂ ਪਹਿਲਾਂ ਕਿਹਦੀ ਵੋਟ ਹੈ? ਤੇਜਾ ਸਿੰਘ ਵਲਦ ਮੀਆਂ ਸਿੰਘ। ਹੈ? ਤੇਜੂ? ਤੇਜਾ ਸਿੰਘ? ਤੇ ਕਪਤਾਨ ਨਾਜਰ ਸਿੰਘ ਨਿਰਾ ਨਾਜਰ ਸਿੰਘ। ਸਰਦਾਰ ਬਹਾਦਰ ਨਾਜਰ ਸਿੰਘ ਨਿਰਾ ਨਾਜਰ ਸਿੰਘ। ਮੈਂ ਵੋਟ ਪੋਲ ਨਹੀਂ ਕਰਾਂਗਾ। ਤੇ ਉਹ ਕਈਆਂ ਦੇ ਕਹਿੰਦਿਆਂ ਵੀ ਖੁੰਡੀ ਹਿਲਾਉਂਦਾ, ਦੰਦੀਆਂ ਕਰੀਚਦਾ, ਬਿਨਾਂ ਵੋਟ ਪਾਏ ਤੁਰ ਗਿਆ ਸੀ। ਤੇਜੂ ਜਦੋਂ ਵੀ ਕਪਤਾਨ ਦੀ ਇਹ ਗੱਲ ਸੁਣਾਉਂਦਾ ਤਾਂ ਨਾਲ ਇਹ ਵੀ ਦੱਸਦਾ ਕਿ ਉਹ ਹੀ ਸੀ ਜਿਹਨੇ ਪਿੱਛੋਂ ਕਪਤਾਨਾਂ ਦੇ ਟੱਬਰ ਨੂੰ ਸਿਆਸਤੀ ਬਣਨ ਲਈ ਆਖਿਆ ਸੀ ਤੇ ਉਹਨਾਂ ਨੂੰ ਤਸੱਲੀ ਦਵਾਈ ਸੀ ਕਿ ਉਹਦਾ ਨਾਂ ਸਿਰਫ ਕਾਗਜ਼ਾਂ ਵਿੱਚ ਹੀ ਤੇਜਾ ਸਿੰਘ ਹੋਇਆ ਸੀ। ਹੁਣ ਜੋ ਤੇਜੂ ਹੀ ਸੀ ਤੇ ਉਹਨਾਂ ਦੇ ਨਾਂ ਨਾਲੋਂ ਸਰਦਾਰ ਸਿਰਫ ਕਾਗਜ਼ਾਂ ਵਿੱਚ ਹੀ ਲੱਥਾ ਸੀ ਤੇ ਹੁਣ ਜੋ ਸਰਦਾਰ ਹੀ ਸਨ। ਪਰ ਕਿਉਂਕਿ ਨਵੇਂ ਜ਼ਮਾਨੇ ਆ ਗਏ ਸਨ ਤੇ ਇਹਨਾਂ ਵਿੱਚ ਨਵੀਆਂ ਘੁਣਤਰਾਂ ਸਿੱਖ ਕੇ ਹੀ ਚੱਲਿਆ ਜਾ ਸਕਦਾ ਸੀ। ਭਾਵੇਂ ਲੋਕ ਆਖਦੇ ਸਨ ਕਿ ਇਸ ਸਮੇਂ ਦੀਆਂ ਗੱਲਾਂ ਸਨ ਤੇ ਪੈਸੇ ਦੀ ਸਰਦਾਰੀ ਸਦਾ ਪੈਸੇ ਦੀ ਸਰਦਾਰੀ ਹੁੰਦੀ ਹੈ। ਉਹ ਸਰਦਾਰੀ ਕਾਇਮ ਰਹਿਣੀ ਹੀ ਸੀ। ਪਰ ਤੇਜੂ ਕਹਿੰਦਾ ਸੀ ਕਿ ਜੇ ਉਹ ਨਾ ਸਮਝਾਉਂਦਾ ਤਾਂ ਕਪਤਾਨਾਂ ਨੇ ਜ਼ਮਾਨੇ ਨਾਲੋਂ ਪਛੜ ਜਾਣਾ ਸੀ। ਵਿਚਾਰਾ ਤੇਜੂ, ਜਿਹਦਾ ਖਿਆਲ ਸੀ ਕਿ ਉਹਨੇ ਸਰਦਾਰਾਂ ਦੀ ਸਰਦਾਰੀ ਕਾਇਮ ਰੱਖੀ ਸੀ। ਲੋਕ ਕਹਿੰਦੇ ਸਨ ਉਹਨਾਂ ਵੋਟਾਂ ਪਾ ਕੇ ਸਰਦਾਰਾਂ ਨੂੰ ਸਰਦਾਰ ਬਣਾਈ ਰੱਖਿਆ ਸੀ ਤੇ ਸਰਦਾਰ ਸਨ ਜੋ ਕੋਠੀ 'ਚ ਬੈਠੇ ਵਿਸਕੀ ਦਾ ਪੈਗ ਡੀਕ ਕੇ ਮੁੱਛਾਂ ਤੇ ਤਾ ਦੇ ਕੇ ਕਹਿੰਦੇ ਸਨ ਸਾਡੀ ਸਰਦਾਰੀ ਧੁਰੋਂ ਆਈ ਹੈ। ਪਰ ਲੋਕਾਂ 'ਚ ਖੜੋ ਕੇ ਆਖਦੇ ਜਨਤਾ ਸਾਡੀ ਮਾਈ ਹੈ। ਸ਼ਾਇਦ ਸਾਰੇ ਆਪੋ ਆਪਣੀ ਥਾਂ ਤੇ ਸੱਚੇ ਸਨ, ਲੋਕ, ਸਰਦਾਰ ਤੇ ਤੇਜੂ, ਤਿੰਨੇ ਧਿਰਾਂ ਹੀ। ਤੇਜੂ ਲੋਕਾਂ ਨੂੰ ਅੱਗੇ ਵਧਾਉਂਦਾ ਰਿਹਾ ਪਰ ਆਪ ਪਿੱਛੇ ਹੀ ਜਾਂਦਾ ਰਿਹਾ, ਜਿਵੇਂ ਸਮੇਂ ਦੀ ਮੁੱਠੀ 'ਚ ਹੌਲੀ ਹੌਲੀ ਰੇਤ ਗਿਰਦੀ ਜਾ ਰਹੀ ਹੋਵੇ, ਜਿਵੇਂ ਲੱਕੜ ਦੀ ਸ਼ਤੀਰੀ ਨੂੰ ਅੰਦਰੋਂ ਅੰਦਰੀ ਸਿਉਂਕ ਨੇ ਚੱਟ ਕੇ ਖੋਖਲਾ ਕਰ ਦਿੱਤਾ ਹੋਵੇ। ਜਿਵੇਂ ਕੋਈ ਐਬ ਨਹੀਂ ਸੀ, ਮਿਹਨਤੀ ਸੀ, ਡਟਵਾਂ ਕੰਮ ਕਰਦਾ, ਹਿੱਸੇ ਠੇਕੇ ਤੇ ਪੈਲੀ ਲੈ ਕੇ ਪੁੱਤ ਨਾਲ ਜੁੱਪਾ ਰਹਿੰਦਾ। ਨਿੱਕੇ ਨਿੱਕੇ ਮਾੜੇ ਮਾੜੇ ਉਹਨਾਂ ਦੇ ਸੰਡੇ ਸਨ ਤੇ ਉਸੇ ਤਰ੍ਹਾਂ ਦੇ ਉਹ ਪਿਓ ਪੁੱਤਰ ਆਪ। ਤੇ ਲੋਕ ਉਹਨਾਂ ਨੂੰ ਵੀ ਕਈ ਵਾਰ ਪਿੱਠ ਪਿੱਛੇ ਮਹਿਰੂ ਕਹਿੰਦੇ ਤੇ ਕਈ ਵਾਰ ਮੂੰਹ ਤੇ ਵੀ। ਪਰ ਉਹਨਾਂ ਦੇ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਖੇਤੀ ਸਾਥ ਨਹੀਂ ਸੀ ਦੇ ਰਹੀ। ਬਹੁਤੀ ਵਾਰ ਤਾਂ ਉਹਨੂੰ ਹਿੱਸੇ ਠੇਕੇ 'ਚੋਂ ਹੀ ਕੁਝ ਨਾ ਬਚਦਾ। ਆਪਣੀ ਮਾੜੀ ਵਾਹੀ ਦੀ ਉਦਾਹਰਨ ਦਿੰਦਿਆਂ ਉਹਨੇ ਪਿਛਲੇ ਸਾਲ ਦੱਸਿਆ ਸੀ। ਉਸਨੇ ਪਿਛਲੇ ਸਾਲ ਮਾਸਟਰ ਰਾਜਪਾਲ ਦੀ ਜ਼ਮੀਨ 'ਚ ਝੋਨੇ ਤੇ ਕਣਕ ਦੀ ਸੌਣੀ ਹਾੜੀ ਬੀਜੀ। ਖਾਦ ਪਾਣੀ ਦਾ ਖਰਚ ਮਾਸਟਰ ਨੇ ਪਹਿਲਾਂ ਦੇਣਾ ਸੀ ਤੇ ਪਿੱਛੋਂ ਖੇਤੀ 'ਚੋਂ ਤੇਜੂ ਦੇ ਹਿੱਸੇ 'ਚੋਂ ਕੱਟਣਾ ਸੀ। ਕੁਝ ਕਣਕ ਉਹਨੇ ਮਾਸਟਰ ਤੋਂ ਲੈ ਕੇ ਖਾਧੀ ਸੀ ਤੇ 100 ਕੁ ਰੁਪਈਆ ਲੋੜ ਵੇਲੇ ਫੜਿਆ ਸੀ। ਸਾਲ ਦੇ ਅਖੀਰ 'ਚ ਜਦੋਂ ਫਸਲ ਜੋਖ ਕੇ ਉਹਦੇ ਘਰ ਸ਼ਾਮ ਨੂੰ ਹਿਸਾਬ ਕਰਨ ਗਿਆ ਤਾਂ ਤੇਜੂ ਕਹਿੰਦਾ ਸੀ ਹਿਸਾਬ ਕਿਤਾਬ ਕੀਤਾ ਤਾਂ ਸਾਰਾ ਕੱਟ ਕਟਾ ਕੇ ਸਗੋਂ ਮੈਨੂੰ ਕੁਝ ਦੇਣ ਦੀ ਥਾਂ ਉਲਟੇ 3 ਰੁਪਈਏ ਮੇਰੇ ਵੱਲ ਕੱਢ ਮਾਰੇ ਤੇ ਆਂਦੇ ਜੇ ਕੋਲ ਹੀ ਤਾਂ ਉਹ ਵੀ ਦੇ ਜਾ। ਮੈਨੂੰ ਹਿਰ ਖਾਇਆ।
ਬੈਠਾ ਹੀ ਘਰ ਸੀ। ਮੇਰਾ ਜੀ ਕੀਤਾ ਕਿਤੇ ਪਾਸੇ ਹੋਵੇ ਤਾਂ ਇਹਨੂੰ ਟੇਢਾ ਹੋ ਕੇ ਸਾਫਾ ਚੁੱਕ ਕੇ ਵਿਖਾਵਾਂ। ਉਹ ਆਹੋ ਵੀਰ ਮੇਰਿਆ, ਕਹਾਣੀ ਗੇੜ ਤੇ ਸਿਲਸਿਲਾ ਆਈ, ਵਾਹੀਆਂ ਵੀ ਪੈਸੇ ਦੀਆਂ। ਤੇ ਪੈਸਾ ਉਹਦੇ ਕੋਲ ਨਹੀਂ ਸੀ, ਇਸ ਲਈ ਜ਼ਮੀਨ ਵੀ ਉਸ ਕੋਲ ਨਾ ਰਹੀ। ਹੌਲੀ ਹੌਲੀ ਵਿਕ ਗਈ। ਉਹਦਾ ਪੁੱਤਰ ਤਾਰਾ ਸ਼ਰੀਕਾਂ ਦਾ ਕਾਮਾ ਬਣ ਗਿਆ। ਹੁਣ ਉਹ ਆਪਣੀਆਂ ਅਕਲ ਦੀਆਂ ਕਾਪੀਆਂ ਬਾਰੇ ਵੀ ਬਹੁਤੀ ਚਰਚਾ ਨਹੀਂ ਸੀ ਕਰਦਾ, ਪਰ ਫਿਰ ਵੀ ਉਹ ਰੋਂਦਿਆਂ ਝੂਰਦਿਆਂ ਕਿਸੇ ਘੱਟ ਹੀ ਵੇਖਿਆ ਸੀ। ਪਲ ਦੇ ਪਲ ਜੇ ਗਮ ਦੀ ਕੋਈ ਲਕੀਰ ਉਹਦੇ ਮੱਥੇ ਤੇ ਆਉਂਦੀ ਵੀ ਤਾਂ ਉਹ ਸਾਵੇ ਨਾਲ ਪੂੰਝ ਕੇ ਕੋਈ ਨਾ ਕੋਈ ਗੱਲ ਛੂਹ ਬੈਠਦਾ। ਐਤਕੀ ਸੰਗਰਾਂਦ ਵਾਲੇ ਦਿਨ ਭੋਗ ਤੋਂ ਪਿੱਛੋਂ ਕੜਾਹ ਪ੍ਰਸ਼ਾਦ ਵਰਤਣ ਦੇ ਸਮੇਂ ਵਿੱਚ ਘੜੀ ਸ਼ੁਗਲ ਮੇਲੇ ਵਾਸਤੇ ਸਰਦਾਰ ਗੁਰਬਚਨ ਸਿੰਘ ਨੇ ਉਹਦੀ ਤੰਦਰੁਸਤੀ ਬਾਰੇ ਤਾਰੇ ਦੇ ਜੱਟ ਤੋਂ ਕਮੀਨ ਹੋ ਜਾਣ ਬਾਰੇ ਅਫਸੋਸ ਵਰਗਾ ਕੁਝ ਕਰਦਿਆਂ ਤਮਹੀਦ ਬੱਧੀ ਤੇ ਫਿਰ ਉਹਦੀਆਂ ਅਕਲ ਦੀਆਂ ਕਾਪੀਆਂ ਨੂੰ ਮਿਹਣਾ ਮਾਰਿਆ, ਜਿਨ੍ਹਾਂ ਦੇ ਹੁੰਦਿਆਂ ਸੁਣਦਿਆਂ ਉਹਦੀ ਇਹ ਹਾਲਤ ਹੋ ਗਈ ਸੀ। ਤੇਜੂ ਮੈਲੀ ਪੱਗ ਦਾ ਮੱਥੇ ਤੇ ਸਰਕ ਆਇਆ ਪੱਲਾ ਉਤਾਂਹ ਕਰਦਿਆਂ ਨਿੱਕੀਆਂ ਨਿੱਕੀਆਂ ਅੱਖਾਂ ਖੋਲ੍ਹ ਕੇ ਉਸ ਵੱਲ ਝਾਕਿਆ ਤੇ ਫਿਰ ਦੰਦਾਂ ਦੀ ਵਿਰਲ ਵਿੱਚੋਂ ਮੁਸਕਰਾਇਆ। ਕਾਪੀਆਂ ਤਾਂ ਤੁਹਾਨੂੰ ਦੇਤੀਆਂ ਸਾਰੀਆਂ ਸਰਦਾਰਾ। ਨਹੀਂ ਚਾਚਾ, ਗੱਲ ਨਾ ਟਾਲ। ਨਹੀਂ, ਗੱਲ ਕੀ ਟਾਲਣੀ ਆ, ਗੱਲ ਕੀ ਟਾਲਣੀ ਆ। ਤੇ ਤੇਜੂ ਜਿਵੇਂ ਸੱਚੀ ਗੱਲ ਟਾਲ ਰਿਹਾ ਸੀ। ਉਹਨਾਂ ਵੱਲ ਕੜਾਹ ਵਰਤਾਈ ਆਉਂਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਲੱਖਣ ਸਿੰਘ ਨੂੰ ਸੰਬੋਧਿਤ ਹੋਇਆ। ਆਓ ਜੀ ਬਾਬਾ ਜੀ ਮਹਾਰਾਜ, ਮਹਾਂਪੁਰਖੋ, ਵਾਹਿਗੁਰੂ ਜੀ ਖਾਲਸਾ, ਧੰਨੋ ਧੰਨੋ। ਸੁਲੱਖਣ ਸਿੰਘ ਭਰਵੀਆਂ ਮੁੱਛਾਂ 'ਚੋਂ ਮੁਸਕਰਾਉਂਦਾ ਥਾਲੀ ਉੱਤੋਂ ਦੀ ਸਿਰ ਨਵਾ ਕੇ ਕੜਾਹ ਵਰਤਾਉਂਦਿਆਂ ਲੰਘ ਗਿਆ ਤਾਂ ਤੇਜੂ ਨੇ ਜਿਵੇਂ ਉਸ ਨੂੰ ਸੁਣਾ ਕੇ ਕਿਹਾ, ਸਭ ਅਕਾਲ ਪੁਰਖ ਦੀ ਮਰਜ਼ੀ ਆ, ਉਹਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ। ਤਾਂ ਮੇਰੀਆਂ ਕਾਪੀਆਂ ਦੇ ਪੱਤਰੇ ਕਿਵੇਂ ਖੁੱਲ੍ਹਦੇ? ਨਾਲੇ ਇਹ ਜਾਦੂ ਆਪਣੇ ਤੇ ਨਹੀਂ ਚੱਲਦਾ ਹੁੰਦਾ। ਜਦੋਂ ਉਹਨੇ ਦੇਖਿਆ ਸੁਲੱਖਣ ਸਿੰਘ ਗਾਂਹ ਲੰਘ ਗਿਆ ਤਾਂ ਉੱਚੀ ਬੋਲਣੋਂ ਹਟ ਕੇ ਹੌਲੀ ਜਿਹੀ ਕੋਈ ਭੇਦ ਖੋਲ੍ਹਣ ਵਾਂਗ ਬੋਲਿਆ, ਠੱਗੀ ਠੱਗਾਂ ਦਾ ਵੱਡਾ ਕੰਜਰ। ਨਿਉਣੀਆਂ ਵੇਖ, ਪਰ ਭਾ ਨਿਉਵੇਂ ਨਾ ਤਾਂ ਪੱਟਾਂ ਤੋਂ ਕਿਵੇਂ ਚੁੱਕੇ ਅਗਲੇ ਨੂੰ। ਕਹਾਣੀ ਗੇੜ ਤੇ ਸਿਲਸਿਲਾ ਆਹੀ। ਤੇਜੂ ਦੀ ਗੱਲ ਸੁਣ ਕੇ ਗੁਰਬਚਨ ਸਿੰਘ ਸਮੇਤ ਉਹਦੇ ਦੁਆਲੇ ਬੈਠੇ ਆਦਮੀ ਹੱਸ ਪਏ। ਪਰ ਗੁਰਬਚਨ ਸਿੰਘ ਕਦੀ ਤਾਰੇ ਬਾਰੇ, ਉਸਾਰੇ ਉਹਦੇ ਸੁਪਨ ਮਹਿਲਾਂ ਬਾਰੇ ਉਹਨੂੰ ਪੁੱਛ ਰਿਹਾ ਸੀ। ਤੇ ਫਿਰ ਗੁਰਬਚਨ ਸਿੰਘ ਨੂੰ ਜਿਵੇਂ ਕੋਈ ਵਧੀਆ ਸਾਹਿਤਿਕ ਵਾਕ ਸੁੱਝ ਗਿਆ ਸੀ ਤੇ ਇਸ ਵਾਕ ਨੂੰ ਉਹਨੇ ਖੁਸ਼ੀ ਵਿੱਚ 2-3 ਵਾਰ ਦੁਹਰਾਇਆ। ਚਾਚਾ, ਤੇਰਾ ਤਾਰਾ ਚਮਕਿਆ ਨਹੀਂ, ਤਾਰਾ ਚਮਕਣਾ ਚਾਹੀਦਾ ਸੀ। ਰੱਬ ਦੀਆਂ ਗੱਲਾਂ ਨੇ ਦੱਸਿਆ ਤਾਂ ਹੈ, ਤਾਰੇ ਨੂੰ ਚਮਕਣਾ ਚਾਹੀਦਾ ਸੀ। ਤਾਰਾ ਚਮਕੇ ਨਾ ਤਾਂ ਕਾਹਦਾ ਤਾਰਾ ਹੋਇਆ? ਤੇ ਫਿਰ ਤੇਰਾ ਤਾਰਾ। ਤੇਜੂ ਨੇ ਕੜਾਹ ਵਾਲੇ ਥਿੰਦੇ ਹੱਥ ਰਗੜ ਕੇ ਮੂੰਹ ਤੇ ਮਲੇ ਤੇ ਫਿਰ ਜਿਵੇਂ ਇੱਕ ਨਵਾਂ ਭੇਦ ਖੋਲ੍ਹਣ ਲੱਗਾ ਹੋਵੇ। ਗੱਲ ਵੱਡੀ ਤੇ ਮੂੰਹ ਛੋਟਾ, ਪਰ ਸਰਦਾਰਾ ਆਪਣਾ ਮੂੰਹ ਤਾਂ ਪਾਟਾ ਹੋਇਆ। ਰੱਬ ਪਹਿਲਾਂ ਸਾਡੇ ਵੀ ਕਦੇ ਨੇੜੇ ਹੋਊ। ਆਂਦੇ ਨੇ ਕੋਠੇ ਕੋਠੇ ਜਿੱਡਾ ਉੱਚਾ ਸੀ। ਕਿਸੇ ਜਨਾਨੀ ਨੇ ਨਿੱਕਾ ਨਿਆਣਾ ਪੈਰਾਂ ਤੇ ਝਾੜੇ ਬਿਠਾਇਆ ਸੀ। ਉਹਨੂੰ ਨਿਆਣੇ ਤੇ ਪੂੰਝਣ ਲਈ ਜਦੋਂ ਟਾਕੀ ਨਾ ਲੱਭੀ ਤਾਂ ਉਹਨੇ ਉੱਠ ਕੇ ਇੱਕ ਤਾਰਾ ਤੋੜਿਆ ਤੇ ਉਹਦੇ ਨਾਲ ਮੁੰਡੇ ਨੂੰ ਪੂੰਝਤਾ। ਤੇ ਫੇਰ ਵੀਰ ਮੇਰਿਆ, ਰੱਬ ਉਸੇ ਵੇਲੇ ਸਾਡੇ ਸਿਰ ਤੋਂ ਗੜਗੜ ਕਰਦਾ ਦੂਰ ਚਲਾ ਗਿਆ ਤੇ ਤਾਂ ਚੜ ਗਿਆ। ਘਾਟੀ ਗੇੜ ਤੇ ਸਿਲਸਿਲਾ ਆਈ। ਇਹ ਕੀ ਗੱਲ ਬਣੀ? ਫਿਰ ਗੱਲ ਇਹ ਬਣੀ ਵੀ ਤੇਰੀ ਮਾਂ ਜਾਂ ਤੇਰੇ ਪਿਓ ਦੀ ਮਾਂ ਜਾਂ ਤੁਹਾਡੇ ਕਿਸੇ ਵੱਡ ਵਡੇਰੇ ਦੀ ਮਾਂ ਜਾਂ ਉਹ ਜਨਾਨੀ ਦੇ ਜਿਹੜੇ ਤਾਰੇ ਨਾਲ ਪੂੰਝ ਕੇ ਸੁੱਟੇ ਸਨ, ਉਹ ਮੈਂ ਜਾਂ ਸਾਡਾ ਕੋਈ ਵੱਡਾ ਜਾਂ 100 ਵਿਸਵੇ ਸਾਡਾ ਤਾਰਾ ਹੋਊ। ਕਹਾਣੀ ਗੇੜ ਤੇ ਸਿਲਸਿਲਾ ਆਈ ਤੇ ਤੁਹਾਡੇ ਗੂੰ ਨਾਲ ਲਿਬੜੇ ਤਾਰੇ ਕਿਵੇਂ ਚਮਕਣ ਭਾਊ? ਸਰਦਾਰ ਬਚਨ ਸਿਆਂ ਤੇ ਉਹ ਸਾਫਾ ਝਾੜਦਾ ਉੱਠ ਤੁਰਿਆ ਸੀ, ਪਿੱਛੇ ਹਾਸੇ ਦੀ ਵਾਛੜ ਖਲੇਰਦਾ ਹੋਇਆ ਤੇ ਆਪਣੇ ਪਿੱਛੇ ਦੁੱਖ ਦਾ ਸੰਘਣਾ ਪਰਛਾਵਾਂ ਘਸੀਟਦਾ ਹੋਇਆ। ਤੇ ਇੰਝ ਉਹ ਹਰ ਹਾਲਤ ਵਿੱਚ ਖੁਸ਼ ਰਹਿਣ ਦਾ ਯਤਨ ਕਰਦਾ, ਆਪਣੇ ਦੁੱਖਾਂ ਦੀਆਂ ਕਹਾਣੀਆਂ ਪਾ ਨਾ ਸੁਣਾਉਂਦਾ, ਸਗੋਂ ਹਰ ਵੇਲੇ ਚੜ੍ਹਦੀ ਕਲਾ 'ਚ ਦਿਸਣ ਦਾ ਯਤਨ ਕਰਦਾ। ਜਦੋਂ ਕੋਈ ਉਹਦੀ ਵਾਹੀ ਬਾਰੇ ਪੁੱਛ ਪੜਦਾ, ਸੁਣਾ ਫਿਰ ਕਿੰਨੀ ਕੁ ਕਣਕ ਬੀਜੀ ਐਤਕੀ? ਬੜੀ ਬੀਜੀ ਆ, ਵਾਧੂ। ਤਦ ਵੀ ਕਿੰਨੀ ਕੁ? ਬਸ ਸਾਰੀ ਧਰਤੀ ਆਪਣੀ ਆ ਕਿ? ਹੋਰ ਪੱਠੇ ਦੱਥੇ ਦੀ ਸੁਣਾ ਫਿਰ? ਵਾਧੂ ਪੱਠਾ ਦੱਥਾ, ਬੇਅੰਤ ਗੁਰੂ ਦੀ ਮਿਹਰ। ਛਟਾਲਾ ਕਿ ਸਿੰਜੀ? ਵੀਰ ਮੇਰਿਆ ਪੁੱਛ ਕੁਛ ਨਾ, ਬਾਹਰੋਂ ਲਿਆਈ ਦੀਆਂ ਨੇ ਸਰਕੜ ਮਰਕੜ ਦੀਆਂ 2-3 ਪੰਡਾਂ। ਟੋਕੇ ਤੇ ਕਰੜ ਕਰੜ ਕਰਕੇ ਕੁਤਰੀ ਦੀਆਂ ਨੇ ਤੇ ਮਰੜ ਮਰੜ ਕਰਦੇ ਡੰਗਰ ਛਕ ਜਾਂਦੇ ਆ। ਕਹਾਣੀ ਗੇੜ ਤੇ ਸਿਲਸਿਲਾ ਹੀ ਹੱਸ ਪੈਂਦਾ, ਜਿਵੇਂ ਸਭ ਕਾਸੇ ਦਾ ਮੂੰਹ ਚੜਾ ਰਿਹਾ ਹੋਵੇ। ਮੂੰਹ ਤੇ ਉਹ ਕਿਸੇ ਨੂੰ ਘੱਟ ਹੀ ਬੁਰਾ ਕਹਿੰਦਾ ਸੀ, ਕਿਉਂਕਿ ਉਹ ਸਮਝਦਾ ਸੀ ਜੱਗ ਹੱਸਦੇ ਦੰਦਾਂ ਦੀ ਪ੍ਰੀਤ ਹੈ। ਇੱਥੇ ਬੈਠ ਕਿਸੇ ਨਹੀਂ ਰਹਿਣਾ ਮੇਲਾ 2 ਦਿਨ ਦਾ। ਉਂਝ ਪਿੱਛੋਂ ਮਨ ਮਰਜ਼ੀ ਅਨੁਸਾਰ ਕਿਸੇ ਨੂੰ ਕੌੜਾ ਫਿੱਕਾ ਬੋਲ ਕੇ ਮਨ ਦੀ ਭੜਾਸ ਕੱਢ ਲੈਂਦਾ, ਪਰ ਅੰਦਾਜ਼ ਉਹਦਾ ਖਿਜੂ ਦੀ ਥਾਂ ਹਸਾਉਣਾ ਹੀ ਹੁੰਦਾ।
ਜਿਵੇਂ ਹੁਣੇ ਹੀ ਜਦੋਂ ਕਪਤਾਨ ਨਾਜਰ ਸਿੰਘ ਅਫਸੋਸ ਕਰਕੇ ਤੁਰਨ ਲੱਗਾ ਤਾਂ ਸਾਰੇ ਕਹਿ ਰਹੇ ਸਨ ਕਿ ਉਹਨੇ ਬੜਾ ਚੰਗਾ ਕੀਤਾ ਸੀ ਆ ਕੇ। ਇਹੋ ਤਾਂ ਆਂਢ ਗੁਆਂਢ ਤੇ ਵੱਡੇ ਆਦਮੀਆਂ ਦਾ ਹੁੰਦਾ ਕਿ ਉਹ ਮਾੜੇ ਦੀ ਪਿੱਠ ਉੱਤੇ ਹੱਥ ਰੱਖੇ, ਔਖੇ ਵੇਲੇ ਹਮਦਰਦੀ ਕਰੇ ਤਾਂ ਕਿਹੜੀ ਗੱਲ ਘੱਟ ਗੱਲ ਹੈ। ਤੇ ਜੇ ਤੇਜੂ ਜਿਉਂਦਾ ਹੁੰਦਾ ਤਾਂ ਹੋਰ ਵੀ ਉਹਦੇ ਤੇ ਉਹਦੇ ਲੜਕੇ ਗੁਰਬਚਨ ਸਿੰਘ ਦੀ ਸਰਦਾਰੀ ਤੇ ਚੜ੍ਹਦੀ ਕਲਾ ਦੇ ਸੋਹਲੇ ਗਾਉਂਦਾ। ਪਰ ਜਦੋਂ ਨਾਜਰ ਸਿੰਘ ਬੂਹੇ ਬਾਹਰ ਹੋ ਗਿਆ ਤਾਂ ਆਖਣਾ ਸੀ, ਬੜੇ ਕੁੜੀ ਦੇਣੇ ਹੀ ਇਹ ਸਿਪਲੇ ਨਹੀਂ ਸਿਪਲੇ, ਜੇ ਏਦਾਂ ਮਿੱਠੇ ਨਾ ਹੋਣ ਤਾਂ ਸਾਡੀ ਢੂਈ ਕਿਵੇਂ ਕੁੱਟਣ। ਆਹੋ ਵੀਰ ਮੇਰਿਆ, ਕਹਾਣੀ ਗੇੜ ਤੇ ਸਿਲਸਿਲਾ ਆਈ। ਕਪਤਾਨ ਬੂਹੇ ਬਾਹਰ ਹੋਇਆ ਤਾਂ ਸਾਰਿਆਂ ਛੇਤੀ ਨੁਹਾ ਕੇ ਸੰਸਕਾਰ ਕਰਨ ਦਾ ਪ੍ਰੋਗਰਾਮ ਬਣਾਇਆ। ਉਹ ਕਹਿ ਰਹੇ ਸਨ ਕਿ ਦਿਨ ਛੋਟੇ ਸਨ ਤੇ ਜਿਹੜਾ ਕੰਮ ਛੇਤੀ ਹੋ ਜਾਏ ਉਹ ਚੰਗਾ। ਫਿਰ ਲੋਕਾਂ 100 ਆਪਣੇ ਧੰਦੇ ਕਰਨੇ ਸਨ, ਪੱਠਾ ਦਬਥਾ ਲਿਆਉਣਾ ਸੀ, ਪਰ ਅਜੇ ਤੱਕ ਖੱਫਣ ਦਾ ਕੋਈ ਪ੍ਰਬੰਧ ਨਹੀਂ ਸੀ ਹੋਇਆ। ਜਦੋਂ ਦੀਪ ਸਿੰਘ ਤੋਂ ਇਹਦਾ ਪਤਾ ਲੱਗਾ ਤਾਂ ਇੱਕ ਜਣਾ ਬੋਲਿਆ, ਕਰੋ ਫਿਰ ਪ੍ਰਬੰਧ। ਕਰਨਾ ਕਦੋਂ ਹੁਣ? ਲੱਕੜ ਲਈ ਤਾਂ ਮੈਂ ਘੱਲਿਆ ਮੁੰਡੇ ਨੂੰ ਕਾਰੀਗਰ ਵੱਲ ਕਿ ਸਾਡੀ ਚਿਰਾ ਕੇ ਮੜੀਆਂ ਨੂੰ ਗੱਡੇ ਤੇ ਲੈ ਜਾਵੇ, ਪਰ ਖੱਫਣ ਲਈ ਤੇ ਅੱਜੇ ਗੱਲ ਉਹਦੇ ਮੂੰਹ 'ਚ ਹੀ ਸੀ ਕਿ ਫਿਰਨੀਓਂ ਪਰਲੇ ਪਾਸਿਓਂ ਸਟਾਰਟ ਹੋਈ ਜੀਪ ਕੋਠੀ 'ਚੋਂ ਬਾਹਰ ਨਿਕਲ ਤੇਜੂ ਦੇ ਬੂਹੇ ਅੱਗੇ ਆ ਖੜੀ। ਵਿੱਚੋਂ ਗੁਰਬਚਨ ਸਿੰਘ ਤੇ ਪਿੰਡ ਦਾ ਪਟਵਾਰੀ ਨਿਕਲੇ। ਕੋਲ ਆ ਕੇ ਗੁਰਬਚਨ ਸਿੰਘ ਖੜੋ ਗਿਆ, ਕਾਲੇ ਕੋਟ ਪੈਂਟ 'ਚ ਕੱਸਿਆ ਹੋਇਆ। ਮੈਂ ਸ਼ਹਿਰ ਚੱਲਿਆ ਸਾਂ, ਸੁਣਿਆ ਤਾਂ ਬੜਾ ਦੁੱਖ ਹੋਇਆ। ਮੈਂ ਬਾਪੂ ਜੀ ਨੂੰ ਭੇਜਿਆ ਸੀ, ਹੁਣ ਮੈਂ ਚੱਲਿਆ ਸਾਂ ਤਾਂ ਆਖਿਆ ਜਾਂਦਾ ਜਾਂਦਾ ਹੋਈ ਜਾਵਾਂ। ਤਾਰਾ ਕਿੱਥੇ ਆ? ਬਈ ਤੇਰੇ ਬਾਪ ਵੱਲੋਂ ਬਾੜੀ ਹੋਈ ਹੈ ਤੇ ਹੁਣ ਦੇਰ ਕੀ ਆ? ਦੀਪ ਸਿੰਘ ਨੇ ਖੱਫਣ ਬਾਰੇ ਦੱਸਿਆ ਤਾਂ ਉਸੇ ਵੇਲੇ ਗੁਰਬਚਨ ਸਿੰਘ ਨੇ ਕੋਟ ਦੀ ਜੇਬ 'ਚੋਂ ਬਟੂਆ ਕੱਢਿਆ ਤੇ ਕੂਲੇ ਗੋਰੇ ਪੋਲੇ ਹੱਥਾਂ ਨਾਲ 10 ਦੇ 3 ਖੜਕ ਦੇ ਨੋਟ ਕੱਢ ਕੇ ਤਾਰੇ ਵੱਲ ਵਧਾਏ। ਜਾ ਬਿਹਾਰੀ ਦੀ ਹੱਟੀ ਤੋਂ ਕੱਪੜਾ ਲੈ ਕੇ ਆ। ਟੇਕਿਆ, ਤੂੰ ਮੈਨੂੰ ਪਹਿਲਾਂ ਦੱਸਣਾ ਸੀ। ਹਾਂ, ਆਪਣਾ ਤੇ ਬੜਾ ਜੁੱਟ ਸੀ ਚਾਚਾ ਤੇਜਾ ਸਿੰਘ ਨਾਲ। ਸਾਨੂੰ ਤੇ ਭਾਈ ਉਹਨੇ ਬੜੀਆਂ ਅਕਲ ਦੀਆਂ ਕਾਪੀਆਂ ਪੜ੍ਹ ਕੇ ਸੁਣਾਈਆਂ। ਗੁਰਬਚਨ ਸਿੰਘ ਮੁਸਕਰਾਇਆ ਤੇ ਦੂਜੇ ਲੋਕੀ ਵੀ ਫਰਜ਼ ਸਮਝ ਕੇ ਉਹਦੇ ਨਾਲ ਫਿੱਕਾ ਜਿਹਾ ਮੁਸਕਰਾਏ। ਦੀਪ ਸਿੰਘ ਤੇ ਤਾਰਾ ਕੱਪੜਾ ਖਰੀਦਣ ਤੁਰ ਗਏ ਤਾਂ ਪਟਵਾਰੀ ਨੇ ਉਹਦੀ ਜਿੰਦਾ ਦਿਲੀ ਬਾਰੇ ਕਹਾਣੀ ਸੁਣਾਈ। ਇੱਕ ਵਾਰੀ ਗਰਦੌਰੀ ਕਰਨ ਗਿਆ ਪਟਵਾਰੀ ਬਾਹਰਲੇ ਗੁਰਦੁਆਰੇ ਅੰਬਾਂ ਦੀ ਛਾਂ ਹੇਠਾਂ ਬੈਠਾ ਸੀ। ਤੇਜੂ ਨੇ ਉੱਥੇ ਚਾਹ ਧਰੀ ਹੋਈ ਸੀ ਤੇ ਪਟਵਾਰੀ ਨੂੰ ਕਹਿ ਰਿਹਾ ਸੀ, ਮਹਾਰਾਜ ਚਾਹ ਛੱਕ ਕੇ ਜਾਇਓ। ਪਦਾਰਥ ਪਾਏ ਨੇ ਵਿੱਚ, ਬੜੇ ਪਦਾਰਥ, ਕਿਧਰੇ ਇਲਾਚੀਆਂ ਕਿਧਰੇ ਮਿਸ਼ਰੀਆਂ। ਤੇ ਜਦੋਂ ਪਟਵਾਰੀ ਸਾਹਮਣੇ ਬਾਟੀ ਲਿਆ ਕੇ ਧਰੀ ਤਾਂ ਪਤਾ ਲੱਗਾ ਕਿੱਕਰ ਦੇ ਸੱਕ ਲੂਣ ਪਾ ਕੇ ਉਬਾਲੇ ਸਨ। ਤੇ ਉਹ ਕਹਿ ਰਿਹਾ ਸੀ, ਪਟਵਾਰੀ ਜੀ ਮਾਫੀ ਫਰਮਾਉਣਾ, ਸਮੁੰਦਰ ਤੋਂ ਬਿਨਾਂ ਹੀ ਹੈ। ਕਿਉਂਕਿ ਗੁਰਬਚਨ ਸਿੰਘ ਨੂੰ ਕਾਹਲੀ ਸੀ, ਇਸ ਲਈ ਪਟਵਾਰੀ ਤੇ ਉਹ ਫਤਿਹ ਬੁਲਾ ਕੇ ਤੁਰ ਗਏ। ਅਜੇ ਕੱਪੜਾ ਖਰੀਦ ਕੇ ਨਹੀਂ ਸੀ ਲਿਆਂਦਾ ਗਿਆ, ਇਸ ਲਈ ਵਿਚਲੇ ਸਮੇਂ ਨੂੰ ਕਿਸੇ ਬਜ਼ੁਰਗ ਨੇ ਮੁਨਾਸਿਬ ਸਮਝ ਕੇ ਤੇਜੂ ਬਾਰੇ ਇੱਕ ਹੋਰ ਕਹਾਣੀ ਦੱਸ ਦੇਣੀ ਠੀਕ ਸਮਝੀ। ਉਹ ਦੱਸ ਰਿਹਾ ਸੀ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਕ ਵਾਰ ਤੇਜੂ ਫੱਤੂ ਅਰਾਈ ਨਾਲ ਜਿੱਦ ਪਿਆ ਸੀ ਤੇ ਉਹਦੇ ਨਾਲ ਘੁਲਣ ਲਈ ਤਿਆਰ ਹੋ ਗਿਆ। ਲੋਕ ਵੀ ਤਮਾਸ਼ਾ ਵੇਖਣ ਲਈ ਹੱਲਾਸ਼ੇਰੀ ਦੇ ਦਿੱਤੀ, ਪਰ ਤੇਜੂ ਅੜ ਗਿਆ। ਉਹ ਪਹਿਲੀ 'ਚ ਨਹੀਂ ਛੱਪੜ 'ਚ ਘੁਲੇਗਾ। ਲੋਕਾਂ ਦੀ ਭੀੜ ਖਿੱਲੀ ਮਚਾਉਂਦੀ ਉਹਨਾਂ ਨੂੰ ਛੱਪੜ ਵੱਲ ਲੈ ਤੁਰੀ। ਗਲ ਗਲ ਪਾਣੀ 'ਚ ਉਹ ਤੇ ਫੱਤੂ ਡਹਿ ਪਏ। ਫੱਤੂ ਲੰਮਾ ਜਵਾਨ ਤੇ ਉਂਝ ਵੀ ਤਕੜਾ ਸੀ ਤੇ ਤੇਜੂ ਮਾੜਾ ਤੇ ਮਧਰਾ। ਫੱਤੂ ਨੇ ਧੌਣੋਂ ਫੜ ਕੇ ਤੇਜੂ ਨੂੰ ਗੋਤਾ ਦਿੱਤਾ। ਜਦੋਂ ਵੀ ਉਹ ਸਿਰ ਹਿਲਾਉਂਦਾ ਰਤਾ ਪਾਣੀ 'ਚੋਂ ਬਾਹਰ ਹੁੰਦਾ, ਫੱਤੂ ਸਿਰ ਤੇ ਪਟੋਕੀ ਮਾਰਦਾ ਤੇ ਫਿਰ ਪਾਣੀ 'ਚ ਡੋਬ ਦਿੰਦਾ। ਲੋਕਾਂ ਪਾਣੀ 'ਚ ਜਾ ਕੇ ਛਡਾਇਆ ਕਿ ਕਿਤੇ ਮਰ ਨਾ ਜਾਏ, ਪਰ ਤੇਜੂ ਫਿਰ ਵੀ ਹੱਸਦਾ ਹੋਇਆ ਫੱਤੂ ਨੂੰ ਕਹੀ ਜਾ ਰਿਹਾ ਸੀ, ਆ ਫਿਰ ਆ ਫਿਰ। ਬਜ਼ੁਰਗ ਨੇ ਗੱਲ ਸੁਣਾਈ ਤਾਂ ਸਾਰੇ ਹੱਸ ਪਏ, ਪਰ ਇਹ ਥੋੜ੍ਹੀ ਵਿੱਥ ਤੇ ਬੈਠੀਆਂ 5-7 ਜਨਾਨੀਆਂ ਗੱਲੀਂ ਰੁੱਝੀਆਂ ਹੋਈਆਂ ਸਨ ਤੇ ਵਿਚਕਾਰ ਮੰਜੇ ਤੇ ਤੇਜੂ ਪਿਆ ਸੀ, ਬੇਖਬਰ ਬੇਪਰਵਾਹ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਜ਼ਿੰਦਾ ਦਿਲ ਹਸਮੁਖ, ਜਿਹੜਾ ਜ਼ਿੰਦਗੀ ਭਰ ਪਤਾ ਨਹੀਂ ਕਿਹੜੇ ਸਿਰ ਡੂੰਘੇ ਪਾਣੀ ਵਾਲੇ ਡੁੰਮ 'ਚ ਪਿਆ ਰਿਹਾ ਸੀ, ਜਿਸ ਵਿੱਚ ਡੁੱਬਣੋਂ ਬਚਣ ਲਈ ਉਹ ਅਕਲ ਦੀਆਂ ਕਾਪੀਆਂ ਦੀ ਗੱਲ ਕਰਦਾ, ਸਾਰੀ ਧਰਤੀ ਨੂੰ ਆਪਣੀ ਆਖਦਾ, ਲੂਣ ਨੂੰ ਮਿਸ਼ਰੀ ਤੇ ਕਿੱਕਰ ਦੀ ਸੱਕਾਂ ਨੂੰ ਇਲਾਇਚੀਆਂ। ਇਹ ਸਾਰਾ ਕੁਝ ਜਿਵੇਂ ਉਹਦੇ ਡੂੰਘੇ ਪਾਣੀ ਵਿੱਚੋਂ ਜ਼ੋਰ ਦੀ ਹੁੱਕਲੀ ਮਾਰ ਕੇ ਸਿਰ ਬਾਹਰ ਕੱਢਣ ਦਾ ਯਤਨ ਸੀ। ਪਰ ਪਤਾ ਨਹੀਂ ਸਮੇਂ ਦਾ, ਹਾਲਾਤ ਦਾ ਕਿਹੜਾ ਫੱਤੂ ਸੀ ਜਿਹਨੇ ਉਹਨੂੰ ਪਾਣੀ 'ਚੋਂ ਬਾਹਰ ਨਹੀਂ ਸੀ ਕੱਢਣ ਦਿੱਤਾ ਤੇ ਹਰ ਸਾਹ ਨਾਲ ਹੱਸਦੇ ਨੂੰ ਉਹਨੂੰ ਗੋਤੇ ਆਉਂਦੇ ਰਹੇ ਸਨ। ਤੇ ਅਖੀਰ ਉਹ ਸਿਰ ਪਾਣੀ 'ਚ ਡੁੱਬ ਗਿਆ ਸੀ ਤੇ ਕਿਨਾਰੇ 'ਤੇ ਖੜੀ ਭੀੜ ਜਿਵੇਂ ਤਮਾਸ਼ਾ ਵੇਖ ਰਹੀ ਸੀ, ਹੱਸ ਰਹੀ ਸੀ। ਤੇ ਫਿਰ ਜਦੋਂ ਕਿਸੇ ਹੋਰ ਨੇ ਉਹਦੀ ਕੋਈ ਹੋਰ ਕਹਾਣੀ ਛੋਈ ਤਾਂ ਤਾਰਾ ਹੱਥ 'ਚ ਖੱਫਣ ਦਾ ਕੱਪੜਾ ਸੰਭਾਲੇ ਬੂਹਾ ਲੰਘ ਰਿਹਾ ਸੀ। ਤਾਰਾ ਜੋ ਭਲਵਾਨ ਨਹੀਂ ਸੀ ਬਣ ਸਕਿਆ, ਬਦਮਾਸ਼ ਨਹੀਂ ਸੀ ਬਣ ਸਕਿਆ, ਅਫਸਰ ਨਹੀਂ ਸੀ ਬਣ ਸਕਿਆ, ਕਿਉਂਕਿ ਧੰਨਵਾਦ।